लेकिन ਅਸੀਂ ਦੇਖਿਆ ਵੀ ਕਿਹੜੇ ਲੈਵਲ ਦਾ ਪੇਪਰ ਲੀਕ ਨਹੀਂ ਹੋਇਆ। तो इस तरीके ਦੀ ਐਡਮਿਟੈਂਸ ਦੇ ਵਿੱਚ ਜ਼ਿਆਦਾ ਸਮਾਂ ਲੱਗਣਾ ਨਹੀਂ ਚਾਹੀਦਾ। ਤੇ ਟੂ ਬੀ ਫੇਅਰ ਟੂ ਦਿਸ ਕੈਂਡੀਡੇਟ, ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਇਤਫਾਕ ਨਹੀਂ ਹੋ ਸਕਦਾ ਕਿ ਇਹ ਸਾਰੇ ਟੌਪਰ ਪਹਿਲੇ ਪੇਪਰ ਕੁਆਲੀਫਾਈ ਨਹੀਂ ਕਰ ਪਾਏ? ਇਹ ਇੱਕ ਇਨਵੈਸਟੀਗੇਸ਼ਨ ਮੰਗਦੀ ਹੈ ਇਹ ਫੈਕਟ ਕਿ ਇਹਨਾਂ ਤੋਂ ਪਹਿਲਾਂ ਦੇ ਪੇਪਰ ਕਲੀਅਰ ਨਹੀਂ ਹੋ ਪਾਏ। ਮੈਂ ਕਹਿੰਦਾ ਜਿਹੜੇ ਆ 1158 ਦੇ ਹੋਏ ਸੀ ਉਹਨਾਂ ਚਾਹੇ ਤਾਂ ਭਾਣਾ ਵੀ ਨਹੀਂ ਵਰਤਿਆ, ਪਰ ਪੇਪਰ ਦੇ ਸ਼ੰਕੇ ਸੀਗੇ। ਸਰਕਾਰ ਨੇ ਬਿਆਨ ਤੇ ਬਿਆਨ ਦਿੱਤਾ ਵੀ ਕੋਈ ਲੀਕ ਨਹੀਂ ਹੋਇਆ, ਕੁਝ ਨਹੀਂ ਹੋਇਆ। ਸੈਕਟਰੀ ਨੇ, ਮਿਨਿਸਟਰ ਇਮਾਨਦਾਰ ਜਿਹਨੇ ਬਿਲਕੁਲ ਹੀ ਇੰਟਰਵਿਊ ਦੇ ਨੰਬਰ ਵੀ ਨਹੀਂ ਰੱਖੇ ਤੇ ਤਾਂ ਕਿ ਦਖਲਅੰਦਾਜ਼ੀ ਨਾ ਹੋਵੇ, ਉਹ ਤੋਂ ਵੀ ਬਿਆਨ ਦਵਾਤਾ। ਬਾਅਦ ਚ ਇੱਕ ਵਾਈਸ ਚਾਂਸਲਰ ਕਹਿੰਦਾ ਮੈਂ ਕੀ ਕਰਾਂ ਜੇ ਪੇਪਰ ਲੀਕ ਹੋ ਗਿਆ। ਹਾਈ ਕੋਰਟ ਨੇ ਜਾ ਕੇ ਸੈਟੀਸਫਾਈਡ ਕਰਿਆ ਉਹ ਪੇਪਰ। ਹਾਈ ਕੋਰਟ ਨੂੰ ਇਹ ਕਹਿਣਾ ਪਿਆ ਵੀ ਚੀਫ ਸੈਕਟਰੀ ਇਹਨਾਂ ਦੇ ਜਿਹੜੇ ਕਾਗਜ਼ ਨੇ ਸਾਰੇ ਸੀਲ ਕਰੇ, ਕਿਉਂਕਿ ਸੈਕਟਰੀ ਸੀਲ ਨਹੀਂ ਕਰ ਰਿਹਾ, ਸੈਕਟਰੀ ਦੇ ਕਹੇ ਤੋਂ ਹਟ ਨਹੀਂ ਰਹੇ, ਉਹ ਗੜਬੜ ਕਰ ਰਹੇ ਨੇ। ਸੋ ਜੇ ਇੱਥੇ ਤੱਕ ਪਹੁੰਚ ਗਈ ਗੱਲ ਤੇ ਫਿਰ ਆਪਾਂ ਕਿੱਥੇ ਦੇਖਾਂਗੇ? ਇਹਦੀ ਇਨਵੈਸਟੀਗੇਸ਼ਨ ਬਹੁਤ ਜ਼ਰੂਰੀ ਹੈ। ਇਸ ਗੱਲ ਕਰਕੇ ਖਾਸ ਕਰਕੇ 2-3 ਗੱਲਾਂ ਮੈਂ ਕਹਾਂਗਾ। ਨੰਬਰ 1, ਉਹ ਜਿਹੜੇ 8-9 ਬੰਦੇ ਪਹਿਲੇ ਰੈਂਕਸ ਦੇ ਵਿੱਚ ਆਏ ਨੇ, ਬਲਕਿ ਮੈਂ ਤਾਂ ਕਹਾਂਗਾ ਪਹਿਲੇ 50 ਦਾ ਚੈੱਕ ਕਰਨਾ ਚਾਹੀਦਾ ਹੈ, 200 ਦਾ ਬਲਕਿ। ਉਹ ਜਿਹੜੇ ਆਏ ਨੇ ਉਹ ਬੰਦੇ ਨੇ ਬਹੁਤੇ ਉਹਨਾਂ ਚੋਂ, ਜਿਵੇਂ ਕਿਹਾ ਜਾ ਰਿਹਾ ਹੈ ਕਿ ਉਹ ਪਹਿਲੇ ਪੇਪਰਾਂ 'ਚ ਫੇਲ ਹੋਏ ਨੇ, 30% ਨੰਬਰ ਵੀ ਨਹੀਂ ਲੈ ਸਕੇ। ਇਹ ਇੱਕ ਸ਼ੰਕਾ ਹੈ। ਦੂਜਾ ਸ਼ੰਕਾ ਇਹ ਹੈ ਉਹ ਇੱਕੋ ਏਰੀਏ ਦੇ ਨੇ, ਇਹ ਦੂਜਾ ਸ਼ੰਕਾ ਹੈ। ਤੀਜਾ ਸ਼ੰਕਾ ਇਸ ਕਰਕੇ ਹੈ ਕਿ ਉਸ ਏਰੀਏ ਦੇ ਆਲੇ ਦੁਆਲੇ ਪੇਪਰ ਲੀਕ ਆਮ ਹੀ ਹੁੰਦਾ, ਹਰਿਆਣੇ ਦੇ ਨਾਲ ਲੱਗਦਾ ਹੈ। ਇਹ ਤੀਜਾ ਸ਼ੰਕਾ ਹੈ। ਚੌਥਾ ਸ਼ੰਕਾ ਮੇਰਾ ਇਹ ਬਣਦਾ ਹੈ ਕਿ ਜਿਹੜਾ PPSC ਐਨ ਬਾਬਰ ਕੇ ਕਹੀ ਜਾਂਦਾ ਵੀ ਸਾਡਾ ਤਾਂ ਪੇਪਰ ਲੀਕ ਹੀ ਨਹੀਂ ਹੋਇਆ, ਇਹ ਰਵੀ ਸਿੱਧੂ ਵਾਲਾ ਕਾਂਡ ਭੁੱਲ ਗਏ ਮੈਨੂੰ ਲੱਗਦਾ। ਦਰਅਸਲ PPSC ਘੁਟਾਲਾ ਜਾਂ ਰਵੀ ਸਿੱਧੂ ਦੀ ਜਿਹੜੀ ਇੱਕ ਬਹੁਤ ਪੁਰਾਣਾ ਕੇਸ ਹੈ, ਲੇਕਿਨ ਉਸ ਕੇਸ ਦੇ ਵਿੱਚ ਤਾਂ ਰਿਸ਼ਵਤਾਂ ਇੰਟਰਵਿਊ ਦੇ ਵਿੱਚ ਫਾਇਦੇ ਦੀਆਂ ਚੱਲਦੀਆਂ ਸੀ। ਲੇਕਿਨ ਉਸ ਤੋਂ ਬਾਅਦ ਆ ਜਿਹੜਾ ਪੇਪਰ ਲੀਕ ਦਾ ਮਾਫੀਆ ਇਵੋਲਵ ਹੋਇਆ, ਤੇ ਜਿਹੜੀ ਮੈਂ ਗੱਲ ਕਰ ਰਿਹਾ ਤੇ ਤੁਸੀਂ ਵੀ ਆਪਾਂ ਜ਼ਿਕਰ ਕੀਤਾ ਹੈ ਵੀ ਹਰਿਆਣਾ ਇੱਕ ਬੜਾ ਮੇਜਰ ਪੁਆਇੰਟ ਹੈ ਕਿ ਪੰਜਾਬ ਦੇ ਵਿੱਚ ਇਸ ਮਾਫੀਆ ਦਾ ਐਡਾ ਜ਼ੋਰ ਨਹੀਂ ਹੈ, ਲੇਕਿਨ ਹਰਿਆਣਾ ਦਾ ਮਾਫੀਆ ਦੇਸ਼ ਭਰ ਦੇ ਵਿੱਚ ਸਭ ਤੋਂ ਖਤਰਨਾਕ ਮਾਫੀਆ ਹੈ। ਮੈਂ ਸੋਨੀਪਤ ਦੀ ਕੈਥਲ ਦੀ ਗੱਲ ਕਰਦਾ। ਸੋ ਇਹ ਬਾਰਡਰ ਦਾ ਬੈਲਟ ਹੋਣਾ ਇਹ ਪੂਰੇ ਦੇਸ਼ ਲਈ ਚੁਣੌਤੀ ਹੈ ਤੇ ਬਹੁਤ ਵੱਡੇ ਨੈਸ਼ਨਲ ਪੱਧਰ ਦੇ ਪੇਪਰ ਸਰਕਾਰ ਨੂੰ ਤੇ PPSC ਨੂੰ ਇਹ ਆਉਣਾ ਚਾਹੀਦਾ ਵੀ ਜੇ ਹੇਰਾਫੇਰੀ ਹੋਈ ਹੈ ਅਸੀਂ ਨਹੀਂ ਹੋਣ ਦੇਣੀ, ਕੋਈ ਗੱਲ ਨਹੀਂ, ਚਾਹੇ ਦੋਸ਼ ਹੀ ਲੱਗਦੇ ਨੇ, ਚੈੱਕ ਕਰਨ 'ਚ ਕੀ ਹਰਜ ਹੈ? ਤੁਸੀਂ ਦੁਬਾਰਾ ਚੈੱਕ ਕਰਾਓ ਸਾਰੀ ਗੱਲ ਦਾ ਪੂਰੀ ਤਰ੍ਹਾਂ ਦੇਖੋ। ਮੈਂ ਕਹਿੰਦਾ ਇਹ ਤਾਂ ਵੱਡੇ ਦੋਸ਼ ਲਾ ਕੇ ਖਹਿਰਾ ਸਾਹਿਬ ਨੇ ਲਾਤੇ। ਬੱਚਿਆਂ ਦੇ ਸਾਹਮਣੇ ਇਹੋ ਜਿਹੀਆਂ ਗੱਲਾਂ ਆ ਗਈਆਂ ਕਿ ਹਰਿਆਣੇ ਦੀ ਇੱਕ ਵਿਸ਼ੇਸ਼ ਬਾਰਡਰ ਚੋਂ, ਦੂਜੀ ਗੱਲ ਕੱਲੇ ਬਾਰਡਰ ਚੋਂ ਹੀ ਨਹੀਂ, ਵਿਸ਼ੇਸ਼ ਖੇਤਰ ਦੇ ਵਿੱਚੋਂ ਬੱਚੇ ਜ਼ਿਆਦਾ ਆਏ ਨੇ। ਇਹਦਾ ਮਤਲਬ ਉੱਥੇ ਕੋਈ ਨਾ ਕੋਈ ਸਾਂਝੀ ਗੱਲ ਹੈ। ਇਹ ਤਾਂ ਅਸੀਂ ਰੋਜ਼ ਹੀ ਦੇਖਦੇ ਹਾਂ। ਬਿਮਾਰੀ ਦੀ ਉਸ 'ਚ ਵੀ ਇਹ ਇਨਵੈਸਟੀਗੇਸ਼ਨ ਵਾਲੇ ਵੀ ਜਾਣਦੇ ਵੀ ਇਹਦਾ ਮਤਲਬ ਕੋਈ ਸਾਂਝਾ ਲਿੰਕ ਹੈ। ਸਾਂਝਾ ਲਿੰਕ ਇਹੀ ਹੈ, ਉਹ ਬਾਰਡਰ ਏਰੀਆ, ਉੱਥੋਂ ਦੇ ਏਰੀਆ ਦੇ ਪੇਪਰ ਲੀਕ ਹੁੰਦਾ, ਉੱਥੋਂ ਦੇ ਬੱਚੇ ਫਸਟ ਆ ਰਹੇ ਨੇ, ਉੱਥੋਂ ਦੇ ਬੱਚੇ ਵੱਧ ਆ ਰਹੇ ਨੇ। ਉਹੀ ਬੱਚੇ ਪਹਿਲਾਂ ਫੇਲ ਹੋਏ ਨੇ, ਉਦੋਂ ਉਹਨਾਂ ਦਾ ਦਾ ਨਹੀਂ ਲੱਗਿਆ। ਸੋ ਇਹ ਤਾਂ ਸਰਕਾਰ ਦੀ ਡਿਊਟੀ ਹੈ, ਇਹ ਕੋਈ ਫਰਾਖ ਦਿਲੀ ਦਾ ਸਵਾਲ ਨਹੀਂ ਹੈ। ਦੋਸਤੋ ਹਾਜ਼ਰ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ, ਤੇ ਮੇਰੀ ਅੱਜ ਦੀ ਇਸ ਵੀਡੀਓ ਰਿਪੋਰਟ ਵਿੱਚ ਇੱਕ ਖਾਸ ਮਹਿਮਾਨ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਅੱਜ ਦੀ ਰਿਪੋਰਟ ਦਾ ਵਿਸ਼ਾ ਹੈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਹਾਲ ਹੀ ਦੇ ਦਿਨਾਂ ਦੇ ਵਿੱਚ ਕਰਾਏ ਗਏ ਨਾਇਬ ਤਹਿਸੀਲਦਾਰਾਂ ਦੀ ਨਿਯੁਕਤੀਆਂ ਦੇ ਜਿਹੜੇ ਐਗਜ਼ਾਮੀਨੇਸ਼ਨ ਇਮਤਿਹਾਨ ਸੀ, ਉਹਨਾਂ ਦੇ ਨਤੀਜਿਆਂ ਦਾ ਸਾਹਮਣੇ ਆਣਾ ਤੇ ਇਹਨਾਂ ਨਤੀਜਿਆਂ ਦੇ ਵਿੱਚ ਜਿਹੜੇ 8 ਟੌਪ ਉਮੀਦਵਾਰ ਨੇ, ਯਾਨੀ ਕਿ ਟੌਪਰ ਹੈਗੇ ਨੇ, ਉਹਨਾਂ ਦੇ ਬੀਤੇ ਸਵਾ ਸਾਲ ਦੇ ਇਮਤਿਹਾਨਾਂ ਦੇ ਨਤੀਜੇ ਹੈਰਾਨ ਕਰ ਦੇਣ ਵਾਲੇ ਨੇ। ਪਹਿਲਾਂ ਕੰਡਕਟ ਕਰਾਏ ਗਏ ਬਹੁਤ ਹੀ ਹੇਠਲੇ ਦਰਜੇ ਦੇ ਐਗਜ਼ਾਮੀਨੇਸ਼ਨ, ਪਟਵਾਰੀਆਂ ਦੀ ਭਰਤੀ ਜਾਂ ਫਿਰ ਐਕਸਾਈਜ਼ ਇੰਸਪੈਕਟਰਾਂ ਦੀ ਭਰਤੀਆਂ ਦੇ ਐਗਜ਼ਾਮੀਨੇਸ਼ਨ ਦੇ ਵਿੱਚ ਇਹ ਲੋਕ ਕੁਆਲੀਫਾਈ ਨਹੀਂ ਕਰ ਪਾਏ ਨੇ। 25-25, 30% ਲੈ ਕੇ ਬੇਸਿਕ ਲੈਵਲ ਦੀ ਜਿਹੜੀ ਪਰਸੈਂਟੇਜ ਸੀ ਉਹ ਵੀ ਇਹ ਲੋਕ ਇਹਨਾਂ ਇਮਤਿਹਾਨਾਂ ਦੇ ਵਿੱਚ ਨਹੀਂ ਹਾਸਲ ਕਰ ਪਾਏ। ਫਿਰ ਅਜਿਹੇ ਕੀ ਕਾਰਨ ਰਹਿ ਸਕਦੇ ਨੇ ਕਿ ਨਾਇਬ ਤਹਿਸੀਲਦਾਰਾਂ ਦਾ ਇੱਕ ਬਹੁਤ ਹੀ ਔਖਾ ਇਮਤਿਹਾਨ ਹੁੰਦਾ ਹੈ ਜਿਸ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਕੰਡਕਟ ਕਰਾਉਂਦਾ ਹੈ, ਉਸ ਐਗਜ਼ਾਮੀਨੇਸ਼ਨ ਨੂੰ ਇਹ ਲੋਕ ਟੌਪ ਕਰ ਜਾਂਦੇ ਨੇ। ਤੇ ਕੋਈ ਇੱਕ ਅੱਧਾ ਕੈਂਡੀਡੇਟ ਨਹੀਂ ਹੈ ਜਿਸਨੇ ਕਿ ਮਿਹਨਤ ਕਰਕੇ ਅਜਿਹੇ ਚੰਗੇ ਨਤੀਜੇ ਲਿਆਂਦੇ ਵੀ ਹੋ ਸਕਦੇ ਨੇ, ਬਲਕਿ ਪਹਿਲੇ ਦੇ ਸ਼ੁਰੂਆਤ ਦੇ ਜਿਹੜੇ 8 ਟੌਪਰ ਨੇ ਉਹ ਸਾਰੇ ਦੇ ਸਾਰੇ ਇਸੇ ਤਰੀਕੇ ਦੀ ਪਰਫਾਰਮੈਂਸ ਦੇ ਵਿੱਚ ਜਿਹੜਾ ਇਜ਼ਾਫਾ ਉਹਨਾਂ ਦੀ ਹੋਇਆ ਹੈ ਉਸ ਦਾ ਇੱਕ ਹੈਰਾਨ ਕਰ ਦੇਣ ਵਾਲਾ ਰੁਝਾਨ ਸਾਹਮਣੇ ਰੱਖਦੇ ਨੇ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਹਨਾਂ ਵਿੱਚੋਂ ਜ਼ਿਆਦਾਤਰ ਟੌਪਰ ਪੰਜਾਬ ਅਤੇ ਹਰਿਆਣਾ ਦੇ ਸਰਹੱਦੀ ਇਲਾਕਿਆਂ ਦੇ ਨਾਲ ਲੱਗਦੇ ਪਿੰਡਾਂ ਦੇ ਨੇ। ਮੂਨਕ ਅਤੇ ਪਾਤੜਾਂ ਵਰਗੇ ਇਲਾਕਿਆਂ ਤੋਂ ਇਹ ਟੌਪਰ ਆਉਂਦੇ ਨੇ। ਸੋ ਕੀ ਇਹ ਇਤਫਾਕ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਗੜਬੜੀ ਹੈ ਜੋ ਕਿ PPSC ਦੇ ਇਸ ਨਾਇਬ ਤਹਿਸੀਲਦਾਰਾਂ ਦੇ ਇਮਤਿਹਾਨ ਵਿੱਚ ਹੋਈ? ਅੱਜ ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਉੱਘੇ ਵਿਦਵਾਨ ਐਜੂਕੇਸ਼ਨਿਸਟ ਡਾਕਟਰ ਪਿਆਰੇ ਲਾਲ ਗਰਗ ਮੌਜੂਦ ਹੈਗੇ ਨੇ। ਸਭ ਤੋਂ ਪਹਿਲਾਂ ਤਾਂ ਡਾਕਟਰ ਪਿਆਰੇ ਲਾਲ ਗਰਗ ਸਾਹਿਬ ਦਾ ਸਵਾਗਤ ਕਰ ਦਿੰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ। ਤੇ ਮੈਂ ਦਰਸ਼ਕਾਂ ਨੂੰ ਇੱਥੇ ਵੀ ਦੱਸਣਾ ਚਾਹਾਂਗਾ ਕਿ ਡਾਕਟਰ ਪਿਆਰੇ ਲਾਲ ਗਰਗ ਬਤੌਰ ਰਜਿਸਟਰਾਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਅੱਜ ਤੋਂ ਤਕਰੀਬਨ 15 ਸਾਲ ਪਹਿਲਾਂ, 15 ਜਾਂ 20 ਸਾਲ ਪਹਿਲਾਂ ਉਹਨਾਂ ਨੇ ਇੱਕ ਬਹੁਤ ਲੰਬੀ ਚੌੜੀ ਲੜਾਈ ਲੜੀ ਤੇ ਇੱਕ ਜਿਹੜਾ ਪੇਪਰ ਲੀਕ ਕਰਨ ਦਾ ਮਾਫੀਆ ਸੀ
ਜੋ ਕਿ ਬਾਬਾ ਫਰੀਦ ਯੂਨੀਵਰਸਿਟੀ ਜਾਂ ਫਿਰ ਪ੍ਰੀ ਮੈਡੀਕਲ ਐਂਟਰੈਂਸ ਐਗਜ਼ਾਮੀਨੇਸ਼ਨ ਦੇ ਪਰਚੇ ਲੀਕ ਕਰਵਾਉਣ ਦਾ ਇੱਕ ਬਹੁਤ ਵੱਡਾ ਨੈਕਸਸ ਸੀ, ਉਸ ਨੂੰ ਭੰਗ ਕੀਤਾ, ਬ੍ਰੇਕ ਕੀਤਾ, ਪਾਰਦਰਸ਼ਤਾ ਪੂਰੇ ਦੇ ਪੂਰੇ ਸਿਸਟਮ ਵਿੱਚ ਲਿਆਂਦੀ। ਸੋ ਅੱਜ ਇਹਨਾਂ ਦੇ ਜ਼ਰੀਏ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਗੱਲਬਾਤ ਇਸ ਵਕਤ ਪੰਜਾਬ ਦੇ ਸੰਦਰਭ ਵਿੱਚ ਉੱਠ ਰਹੀ ਹੈ, ਜਿਸ ਤਰੀਕੇ ਦੇ ਨਾਲ ਬਹੁਤ ਸੇ ਕੈਂਡੀਡੇਟਸ ਨੇ ਇਹਨਾਂ ਨਤੀਜਿਆਂ ਦੇ ਸਾਹਮਣੇ ਆਉਂਦੇ ਹੀ ਪਹਿਲੇ ਜਿਹੜੇ ਟੌਪਰ ਸੀ ਉਹਨਾਂ ਦੇ ਨਤੀਜਿਆਂ ਨੂੰ ਪੁਰਾਣੇ ਉਹਨਾਂ ਦੇ ਐਗਜ਼ਾਮੀਨੇਸ਼ਨ ਦੇ ਨਤੀਜਿਆਂ ਦੇ ਨਾਲ ਕੰਪੇਅਰ ਕੀਤਾ ਤੇ ਉਸ ਦੇ ਵਿੱਚ ਬੜੇ ਵੱਡੇ ਪੱਧਰ ਦੀਆਂ ਗੜਬੜੀਆਂ ਪਾਈਆਂ। ਸੋ ਡਾਕਟਰ ਪਿਆਰੇ ਲਾਲ, ਸ਼ੁਰੂਆਤ ਮੈਂ ਸਭ ਤੋਂ ਪਹਿਲਾਂ ਤੁਹਾਡੇ ਤੋਂ ਕਰਨਾ ਚਾਹਾਂਗਾ। ਮੈਂ ਸਮਝਣਾ ਚਾਹਾਂਗਾ ਕਿ ਇਸ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹਨਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ? ਤੁਹਾਨੂੰ ਲੱਗਦਾ ਹੈ ਕਿ ਪ੍ਰਾਈਮੇ ਫਸਾਈ ਕੋਈ ਗੜਬੜ ਹੋਈ ਹੈ ਜਾਂ ਫਿਰ ਇੱਕ ਇਤਫਾਕ ਮੰਨਿਆ ਜਾਏ ਕਿ ਪਹਿਲੇ ਜਿਹੜੇ 8 ਟੌਪਰ ਨੇ ਉਹ ਆਪਣੇ ਪਹਿਲੇ ਐਗਜ਼ਾਮੀਨੇਸ਼ਨ ਨੂੰ ਕੁਆਲੀਫਾਈ ਨਹੀਂ ਕਰ ਪਾਉਂਦੇ, ਲੇਕਿਨ ਅਚਾਨਕ ਇਸ ਔਖੇ ਟੈਸਟ ਦੇ ਵਿੱਚ ਟੌਪ ਕਰ ਜਾਂਦੇ ਨੇ? ਲੱਗਦੇ ਨੇ ਉਹਦੇ ਮੈਂ ਥੋੜਾ ਜਿਹਾ ਪਹਿਲਾਂ ਇੱਕ ਬੈਕਗ੍ਰਾਉਂਡ ਚੋਂ ਸਬੂਤ ਦਿੰਨਾ ਕਿ ਬਾਬਾ ਫਰੀਦ ਯੂਨੀਵਰਸਿਟੀ 'ਚ ਮੈਂ ਜਦ ਰਜਿਸਟਰ ਗਿਆ ਤਾਂ ਜਾ ਕੇ ਦੇਖਣ ਦੀ ਕੋਸ਼ਿਸ਼ ਕਰੀ। ਜਿਹੜੇ ਬੱਚੇ ਟੌਪਰ ਆਉਂਦੇ ਸੀ, ਕਿਉਂਕਿ ਪੇਪਰ ਲੀਕ ਹੁੰਦਾ ਸੀ ਉਹਦਾ ਹਰ ਸਾਲ, ਜਿਹੜੇ ਟੌਪਰ ਆਉਂਦੇ ਸੀ ਉਹਨਾਂ ਦੀਆਂ ਫਸਟ ਪ੍ਰੋਫ 'ਚ ਸਪਲੀਆਂ ਲੱਗ ਜਾਂਦੀਆਂ ਸੀ। ਜਿਹੜੇ ਮੀਡੀਓਕਰ ਹੁੰਦੇ ਸੀ ਉਹ ਫਸਟ ਪ੍ਰੋਫ 'ਚ ਅੱਗੇ ਆ ਜਾਂਦੇ ਸੀ, ਕਿਉਂਕਿ ਜਿਹੜੇ ਇਮਤਿਹਾਨ ਸੀਗੇ ਰੈਗੂਲਰ ਉਹਨਾਂ 'ਚ ਹੇਰਾਫੇਰੀ ਨਹੀਂ ਹੁੰਦੀ ਸੀ ਉਹਦੀ, ਤੇ ਜਿਹੜੇ ਇਹ ਐਂਟਰੈਂਸ ਟੈਸਟ ਸੀ ਉਹ 'ਚ ਹੇਰਾਫੇਰੀ ਹੁੰਦੀ ਸੀ। ਫਿਰ ਇਸੇ ਤਰ੍ਹਾਂ ਹੀ 2005 ਦੇ ਵਿੱਚ ਉਹਨਾਂ ਦਾ ਇੱਕ ਪੇਪਰ ਹੋਇਆ, ਉਹ ਲੀਕ ਹੋ ਗਿਆ, ਉਹ ਪੇਪਰ ਕੈਂਸਲ ਹੋ ਗਿਆ। ਫਿਰ ਇੱਕ ਹੋਰ ਯੂਨੀਵਰਸਿਟੀ ਨੂੰ ਦਿੱਤਾ ਗਿਆ, ਰੌਲਾ ਇਹ ਵੀ ਪੈ ਗਿਆ ਕਿ ਉਹਦਾ ਵੀ ਲੀਕ ਹੋਇਆ ਹੈ। ਪਰ ਹੈਰਾਨੀ ਉਦੋਂ ਹੋਈ ਜਦ ਜਿਹੜਾ ਬੱਚਾ ਉੱਥੇ 4200 ਨੰਬਰ ਤੇ ਰੈਂਕ 'ਤੇ ਆਇਆ ਸੀ ਉਹ 2 ਰੈਂਕ 'ਤੇ ਆ ਗਿਆ। 2 ਰੈਂਕ 'ਤੇ ਤਾਂ ਜਦ ਲੀਕ ਹੋਏ 4200 ਰੈਂਕ 'ਤੇ ਆਇਆ ਤਾਂ ਆਪ ਇਹ ਹੈ ਵੀ ਉਹ ਵੀ ਲੀਕ ਹੋਇਆ ਸੀ, ਭਾਵੇਂ ਕਿ ਉਸ ਯੂਨੀਵਰਸਿਟੀ ਨੇ ਕਿਹਾ ਨਹੀਂ ਜੀ ਸਾਡਾ ਤਾਂ ਲੀਕ ਹੋ ਹੀ ਨਹੀਂ ਸਕਦਾ ਜੀ, ਸਾਡਾ ਤਾਂ ਪੱਕਾ ਹੈ। ਕਿਉਂਕਿ ਜਿਹੜੇ ਪੇਪਰ ਲੈਣ ਵਾਲੀਆਂ ਅਥਾਰਟੀਜ਼ ਹੁੰਦੀਆਂ ਨੇ ਕਦੇ ਵੀ ਮੰਨਣ ਨੂੰ ਤਿਆਰ ਨਹੀਂ ਹੁੰਦੀਆਂ ਵੀ ਹਾਂ ਇਹਦੇ 'ਚ ਭਾਈ ਕੋਈ ਸਨੈਕ ਹੋ ਸਕਦਾ। ਹੁਣ ਇਹਦੇ 'ਚ ਨੁਕਸ ਕੀ ਹੋ ਸਕਦੇ ਨੇ? ਜਿਹੜਾ ਬੱਚਾ ਇਹ ਸਧਾਰਨ ਦੂਜੇ ਟੈਸਟ ਨਹੀਂ ਪਾਸ ਕਰ ਸਕਿਆ, ਉਹਦੀ ਸੰਭਾਵਨਾ ਇਹ ਤਾਂ ਹੋ ਸਕਦਾ ਵੀ ਉਹ ਪਾਸ ਹੋ ਜਾਏ ਚੋਂ, ਪਰ ਉਹਦੀ ਸੰਭਾਵਨਾ ਪਹਿਲਾਂ ਤੋਂ ਹੁੰਦੀ ਨਹੀਂ। ਤੇ ਜਿਹੜੇ ਏਰੀਏ ਦੀ ਤੁਸੀਂ ਗੱਲ ਕਰੀ ਉਹ ਏਰੀਆ ਬਾਰੇ ਨੋਨ ਹੈ ਵੀ ਉੱਥੇ ਸਾਰਾ ਕੁਝ ਹੀ 2 ਨੰਬਰ ਦਾ ਕੰਮ ਬਹੁਤ ਜ਼ਿਆਦਾ ਚੱਲਦਾ ਹੈ, ਪਾਤਰਾਂ ਔਰ ਮੋਨਕ ਦੇ ਆਲੇ। ਇਹ ਸਭ ਪਤਾ ਹੈ, ਭਰੂਣ ਹੱਤਿਆ ਉੱਥੇ ਸਭ ਤੋਂ ਜ਼ਿਆਦਾ ਹੁੰਦੀ ਹੈ, ਚੋਰੀਆਂ ਕਾਰਾਂ ਔਰ ਬੜਾ ਕੁਝ ਹੋ ਰਿਹਾ। ਤੇ ਉਹਦੇ ਉੱਤੇ ਪਤਾ ਨਹੀਂ ਕੀ ਗੱਲ ਹੈ ਵੀ ਉਹਦੇ ਵਿੱਚ ਕੋਈ ਬੜੇ ਵੱਡੇ ਬੰਦਿਆਂ ਦੇ ਸ਼ਾਮਲ ਹੋਣ ਦੀ ਵੀ ਸੰਭਾਵਨਾ ਰੂਲ ਆਊਟ ਨਹੀਂ ਕਰੀ ਜਾ ਸਕਦੀ। ਇੱਕ ਤਾਂ ਦੂਜੀ ਗੱਲ ਇਹ ਹੈ ਵੀ ਇਹ ਲੀਕ ਕਿਵੇਂ ਹੁੰਦੇ ਨੇ। ਹੁਣ ਜਿਵੇਂ PPSC ਨੇ ਪੇਪਰ ਲਿਆ, ਇਹਨਾਂ ਤੋਂ ਜਿਨ੍ਹਾਂ ਨੇ ਵੀ ਪੇਪਰ ਲਿਆ, ਜਿਨ੍ਹਾਂ ਨੇ ਮੈਨੇਜ ਕਰਿਆ, ਚਾਹੇ ਇਹਨਾਂ ਦਾ ਪੁੱਛ ਲਓ ਵੀ ਤੁਸੀਂ ਕਿਹੜੀਆਂ ਪੇਸ਼ਬੰਦੀਆਂ ਕਰੀਆਂ, ਇਹਨਾਂ ਨੂੰ ਮੈਂ ਤੁਹਾਨੂੰ ਹੁਣ ਕਹਿਣ ਨੂੰ ਤਿਆਰ ਹਾਂ ਕਿ ਇਹਨਾਂ ਨੂੰ ਇਹੀ ਨਹੀਂ ਪਤਾ ਵੀ ਕਿਹੜੀਆਂ ਪੇਸ਼ਬੰਦੀਆਂ ਜ਼ਰੂਰੀ ਨੇ ਕਿ ਹੇਰਾਫੇਰੀ ਨਾ ਹੋ ਸਕੇ। ਉਹ ਆਮ ਜਾਂ ਸਧਾਰਨ ਜਾਂ ਜਿਹੜਾ ਚੱਲਦਾ, ਉਹ ਮੈਂ ਨੀਟ ਦਾ ਪੇਪਰ ਹੋਇਆ ਸੀ ਉਹ ਵੀ ਲੀਕ ਹੋਇਆ, ਰੀਸ਼ਮ ਦਾ ਪੇਪਰ ਲਿਆ ਸੀ ਹਾਈ ਕੋਰਟ ਨੇ, ਉਹ ਪੇਪਰ ਲੀਕ ਹੋਇਆ। ਫਿਰ ਉਹ ਫੜੇ ਗਏ ਸੀ, ਤਾਂ ਨੰਬਰ ਆਉਣ ਤੇ ਉਹ ਕੁੜੀਆਂ ਫੋਨ ਤੇ ਫੜੀਆਂ ਗਈਆਂ। ਹਰਿਆਣੇ ਦੇ ਵਿੱਚ ਪੇਪਰ ਲੀਕ ਹੋਏ ਨੇ, ਪੰਜਾਬ ਦੇ ਬਾਬਾ ਵੀ ਐਂਟਰੈਂਸ ਟੈਸਟ ਉਹਨਾਂ ਚੋਂ ਵੀ ਨੌਕਰੀ ਵਾਸਤੇ ਉਹਨਾਂ ਚੋਂ ਵੀ ਲੀਕ ਦੇ ਦੋਸ਼ ਲੱਗਦੇ ਰਹੇ। ਈਵਨ ਕਲਾਸ 4 ਦੇ ਪੇਪਰ ਦੇ ਲੀਕ ਦੇ ਦੋਸ਼ ਲੱਗਦੇ ਰਹੇ। ਸੋ ਦੋਸ਼ ਹੀ ਨਹੀਂ, ਕਿਉਂਕਿ ਸਰਕਾਰਾਂ ਆਪਣੀ ਨਾਕਾਮੀ ਜਦ ਹੁਣ ਮੰਨ ਲਓ ਇਹ ਪਤਾ ਲੱਗ ਜਾਂਦਾ ਵੀ ਹਾਂ PPSC ਦਾ ਪੇਪਰ ਵਾਕਈ ਲੀਕ ਹੋ ਗਿਆ, ਫਿਰ ਉੱਤੇ ਆਪਦਾ ਲਿਖੇ ਕੱਤਣਗੇ ਵੀ ਦੇਖੋ ਤੁਸੀਂ ਐਂ ਕਰਿਆ ਉਹ ਕਰਿਆ। ਸਰਕਾਰਾਂ ਵੀ ਇਸ ਕਰਕੇ ਨਾਲ ਰਲ ਜਾਂਦੇ ਵੀ ਚੱਲ ਛੱਡੋ ਇਹਨੂੰ, ਵਿੱਚ ਹੀ ਦੱਬ ਦੋ। ਸੋ ਜਿਹੜੇ ਦੱਬਣ ਦੀ ਕੋਸ਼ਿਸ਼ ਕਰਦੇ ਨੇ, ਇਹ ਮੈਂ ਤਾਂ ਕਹਿਣਾ ਵੀ ਜੇ ਲੀਕ ਵਾਲੇ ਜਿਹੜੇ ਨੇ ਉਹ ਹਮੇਸ਼ਾ ਕੋਸ਼ਿਸ਼ ਕਰਦੇ ਨੇ, ਮੈਨੂੰ ਨਹੀਂ ਪਤਾ ਇਤਕੀ ਕਿਉਂ ਨਹੀਂ ਕਰੀ। ਸਾਡੇ ਯੂਨੀਵਰਸਿਟੀ ਦਾ ਇੱਕ ਵਾਰੀ ਐਸਾ ਹੋਇਆ, ਬਹੁਤ ਹੀ ਤਾਰੀਫ ਕਰਤੀ ਪੇਪਰਾਂ ਨੇ, ਸਾਡੀ ਅਖਬਾਰਾਂ ਨੇ, ਮੀਡੀਆ ਨੇ, ਸਾਰੇ ਨੇ। ਉਹਦਾ ਇਲੈਕਟ੍ਰੋਨਿਕ ਮੀਡੀਆ ਤਾਂ ਇੰਨਾ ਨਹੀਂ ਸੀ, ਪ੍ਰਿੰਟ ਮੀਡੀਆ ਸੀ। ਮੈਂ ਇਸੇ ਤੋਂ ਸ਼ੰਕਾ ਮੈਨੂੰ ਪੈ ਗਈ ਸਾਡੀ ਤਾਰੀਫ ਇੰਨੀ ਕਿਉਂ ਕਰਨਾ। ਉਹ ਜਾ ਕੇ ਮੈਂ ਕਮੇਟੀ ਬਣਾਤੀ, ਅਸੀਂ ਚੈੱਕ ਕਰਿਆ, 3 ਅਫਸਰਾਂ ਦੀ ਕਮੇਟੀ ਬਣਾਤੀ, ਦਾ ਅਫਸਰ, ਕੰਟਰੋਲਰ ਤੇ ਆਪਣਾ ਡਿਪਟੀ ਰਜਿਸਟਰਾਰ ਐਗਜ਼ਾਮੀਨੇਸ਼ਨ ਦੀ ਕਮਿਸ਼ਨ ਦੀ। ਉਹ ਜਦ ਅਸੀਂ ਰਿਕਾਰਡ ਦੀਆਂ ਫੋਟੋਆਂ ਲਾਈਆਂ, 27 ਬੰਦੇ ਅਸੀਂ ਲੱਭ ਲਏ ਜਿਹੜੇ ਦੂਜੇ ਬੈਠੇ ਸੀ। ਉਹਨਾਂ ਚੋਂ ਕਈਆਂ ਨੂੰ ਸਪੈਲਿੰਗ ਨਹੀਂ ਆਉਂਦੇ ਸੀ, ਉਹਨਾਂ ਨੂੰ ਪਤਾ ਨਹੀਂ ਸੀ ਵੀ PMET ਦਾ ਫੁੱਲ ਫਾਰਮ ਕੀ ਹੈ। ਇਹੋ ਜਿਹੇ ਬੱਚੇ ਸੀਗੇ। 100 ਬੱਚੇ ਫੜੇ ਗਏ, 6 ਮਹੀਨੇ ਜੇਲ੍ਹ 'ਚ ਵੀ ਰਹੇ, ਬੇਲ ਨਹੀਂ ਹੋਈ। ਕਿਉਂਕਿ ਕੱਲਾ ਰਿਕਾਰਡ ਚੈੱਕ ਕਰ ਲਿਆ ਸੀ, ਉਹ ਪਹਿਲੇ 200 'ਚ ਆਏ ਹੋਏ ਸੀ। ਉਹ ਜਿਹੜੇ ਬੱਚੇ ਪਹਿਲਿਆਂ 'ਚ ਆਉਂਦੇ ਨੇ ਉਹਨਾਂ ਤੇ ਵੈਸੀ ਸ਼ੰਕਾ ਰਹਿੰਦਾ ਹੈ। ਜ਼ਰੂਰੀ ਨਹੀਂ ਵੀ ਉਹਨਾਂ ਨੂੰ ਵੈਸੇ ਵੀ ਚੈੱਕ ਕਰਨਾ ਚਾਹੀਦਾ ਐਗਜ਼ਾਮੀਨੇਸ਼ਨ ਅਥਾਰਟੀ ਨੂੰ ਵੀ ਜਿਹੜੇ ਇੰਨੇ ਦੇ ਵਿੱਚ ਆਏ ਨੇ ਇਹਨਾਂ ਦਾ ਇਹ ਦੇਖੀ ਵੀ ਪੱਕਾ ਹੀ ਇਹੀ ਨੇ, ਹੋਰ ਤਾਂ ਨਹੀਂ ਕੋਈ ਉਹਦੇ 'ਚ। ਹੁਣ ਅਸੀਂ ਆ ਕਰਿਆ। ਫਿਰ ਇੱਕ ਤਾਂ ਇਹਦੇ ਵਿੱਚ ਇਹ ਹੁੰਦਾ ਰਤੇਸ਼ ਜੀ, ਪਹਿਲਾਂ ਆਮ ਤੌਰ ਤੇ ਹੁੰਦਾ ਕਿ ਪੇਪਰ ਲੀਕ ਹੁੰਦਾ ਹੈ,
ਆ ਪੰਜਾਬੀ ਯੂਨੀਵਰਸਿਟੀ ਨੇ ਜਿਹੜਾ ਪੇਪਰ ਲਿਆ ਸੀਗਾ ਸਹਾਇਕ ਪ੍ਰੋਫੈਸਰ ਦਾ, ਉਹ ਪੇਪਰ ਲੀਕ ਹੋਇਆ ਸੀ। ਦੂਜਾ ਹੁੰਦਾ ਹੈ ਕਿ ਪੇਪਰ ਤੁਸੀਂ ਪੁਰਾਣਾ ਚੱਕ ਕੇ ਪਾ ਦਿੰਦੇ ਹੋ, ਇਹ ਵੀ ਪੰਜਾਬੀ ਯੂਨੀਵਰਸਿਟੀ ਦੇ ਦੋਸ਼ ਲੱਗੇ ਨੇ ਵੀ ਇਹਨਾਂ ਨੇ ਪੁਰਾਣਾ ਪੇਪਰ ਪਾਤਾ। ਤੀਜਾ ਹੁੰਦਾ ਤੁਸੀਂ ਇਹੋ ਜਿਹਾ ਪੇਪਰ ਪਾ ਦਿੰਦੇ ਹੋ ਜਿਹੜਾ ਜਿਨ੍ਹਾਂ ਨਾਲ ਤੁਹਾਡੇ ਸੌਦੇ ਨੇ ਜਾਂ ਜਿਹੜੇ ਤੁਹਾਨੂੰ ਜਾਣਦੇ ਨੇ ਉਹਨਾਂ ਨੂੰ ਹੀ ਉਹ ਸਵਾਲਾਂ ਦਾ ਜਵਾਬ ਆਉਂਦਾ ਹੋਵੇ, ਬਾਕੀ ਨੂੰ ਆਉਂਦਾ ਹੀ ਨਾ ਹੋਵੇ। ਇਹੋ ਜਿਹੇ ਸਵਾਲ ਹੀ ਊਟ ਪਟਾਂਗ ਉਲਟੇ ਸੁਲਟੇ ਪਾ ਦਿੰਦੇ ਹੋ। ਉਹ ਵੀ ਇੱਥੇ ਯੂਨੀਵਰਸਿਟੀ ਵਾਲੇ ਪੇਪਰ ਦੇ ਦੋਸ਼ ਲੱਗਦੇ ਸੀ। ਮੇਰੇ ਕੋਲ ਬੱਚੇ ਆ ਕੇ ਗਏ ਨੇ, ਪੇਪਰ ਤੋਂ ਪਹਿਲਾਂ ਵੀ ਆਏ ਸੀ, ਪੇਪਰ ਤੋਂ ਬਾਅਦ 'ਚ ਵੀ ਆਏ ਸੀ, ਔਰ ਮੈਨੂੰ ਉਹਨਾਂ 'ਚ ਕੋਈ ਐਵੇਂ ਨਹੀਂ ਲੱਗੇ ਵੀ ਬਹੁਤੇ ਬੰਦੇ ਸ਼ੈਤਾਨ ਟਾਈਪ ਦੇ ਹੋਣ। ਸੋ ਇੱਕ ਤਾਂ ਇਹ ਵੀ ਪੇਪਰ ਹੋਣਾ, ਪੇਪਰ ਉਹੀ ਰਿਪੀਟ ਹੋਣਾ, ਜਾਂ ਪੇਪਰ ਦੇ ਵਿੱਚ ਇਹੋ ਜਿਹੇ ਕੁਐਸਚਨ ਪਾ ਦੇਣੇ ਮਿਲ ਮਿਲਾ ਕੇ ਜਿਹੜੇ ਕੁਝ ਬੱਚਿਆਂ ਨੂੰ ਪਤਾ ਹੈ ਜਵਾਬ ਹੋ ਸਕਦਾ। ਇਦੋਂ ਅਗਲਾ ਸਟੈਪ ਇਹ ਹੁੰਦਾ ਇਹਦੇ ਵਿੱਚ ਕਿ ਤੁਸੀਂ ਪੇਪਰ ਲੈਣ ਵੇਲੇ ਦੂਜਾ ਬੰਦਾ ਬੈਠੇ, ਇਹੋ ਜਿਹੇ ਨਾਲ ਸ਼ਕਲ ਮਿਲਾ ਕੇ ਬਿਠਾਉਂਦੇ ਨੇ ਕਿ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਇਹ ਵਾਕਈ ਦੂਜਾ ਹੈ। ਫੜਨਾ ਹੀ ਮੁਸ਼ਕਲ ਹੋ ਜਾਂਦਾ ਕਿਤੇ, ਜਿੰਨਾ ਚਿਰ ਇਹ ਨਾ ਹੋਵੇ ਵੀ ਕੋਈ ਮੱਧ ਪ੍ਰਦੇਸ਼ ਦਾ ਬੰਦਾ ਬਿਠਾਤਾ ਪੰਜਾਬ ਦੀ ਥਾਂ ਤੇ ਉਹਨੂੰ ਪੰਜਾਬੀ ਆਉਂਦੀ ਨਾ ਹੋਵੇ, ਜੇ ਕੋਈ ਸਵਾਲ ਪੰਜਾਬੀ 'ਚ ਕਰਦੇ ਤੇ ਉਹ ਹਿੰਦੀ ਦਾ ਜਵਾਬ ਦੇਵੇ, ਫਿਰ ਸ਼ੰਕਾ ਪੈ ਜਾਂਦੀ ਹੈ। ਸੋ ਦੂਜਾ ਤਰੀਕਾ ਹੁੰਦਾ ਦੂਜੇ ਨੂੰ ਦੂਜਾ ਬਿਠਾਉਣਾ, ਜਿਹਨੇ ਤੁਸੀਂ ਦੂਜੇ ਨੂੰ ਦੂਜਾ ਬਿਠਾਉਣਾ, ਦੂਜੀ ਕੈਟੇਗਰੀ। ਤੀਜੀ ਗਾਹਾਂ ਕੀ ਹੁੰਦੀ ਹੈ? ਤੀਜੀ ਇਹ ਹੁੰਦੀ ਹੈ ਕਿ ਡਿਊਰਿੰਗ ਜਦ ਪੇਪਰ ਹੋ ਰਿਹਾ, ਤੁਸੀਂ ਪੇਪਰ ਕੁਐਸਚਨ ਪੇਪਰ ਜਿਹਨੇ ਬਣਾਇਆ ਉੱਥੋਂ ਨਹੀਂ ਲੀਕ ਹੋਣ ਦਿੱਤਾ, ਤੁਸੀਂ ਉਹਨੂੰ ਟਾਈਪ ਹੋਣ ਵੇਲੇ ਨਹੀਂ ਲੀਕ ਹੋਣ ਦਿੱਤਾ, ਤੁਸੀਂ ਉਹਨੂੰ ਪ੍ਰਿੰਟ ਵੇਲੇ ਜਾਂ ਆਨਲਾਈਨ ਪਾਉਣ ਵੇਲੇ ਨਹੀਂ ਲੀਕ ਹੋਣ ਦਿੱਤਾ, ਤੁਸੀਂ ਬੰਦੇ ਵੀ ਨਹੀਂ ਬੈਠਣ ਦਿੱਤੇ ਦੂਜੇ, ਤੁਸੀਂ ਉਹ ਬੈਠਣ ਦਾ ਵੀ ਉਹਦੇ ਵਿੱਚ ਵੀ ਕੀ ਕਰਦੇ ਨੇ, ਉਹਦੀ ਪੂਰੀ ਚੈਕਿੰਗ ਨਹੀਂ ਹੁੰਦੀ। ਕਿਵੇਂ? ਨੀਟ ਦਾ ਪੇਪਰ ਹੁੰਦਾ ਹੈ, ਯੂਜੀ ਨੀਟ ਦਾ, ਉੱਥੇ ਜਾਂਦੇ ਨੇ ਜਿਹੜਾ ਮਰਜ਼ੀ ਬੱਚਾ ਜਾ ਕੇ ਅੰਦਰ ਚੜਾ, ਕਹਿੰਦੇ ਜੀ ਸਾਡੇ ਸੀਸੀਟੀਵੀ ਕੈਮਰੇ 'ਚ 15 ਲੱਖ ਦੇਖਦਾ ਵੀ ਕਿਹੜਾ ਆਇਆ ਸੀ ਕਿਹੜਾ ਨਹੀਂ ਆਇਆ ਸੀ। ਉਹ ਸ਼ਰੇਆਮ ਹੀ ਹੋ ਰਹੀ ਆ ਉੱਥੇ, ਕਿਉਂਕਿ ਉਹ ਚੈੱਕ ਤਾਂ ਕੋਈ ਕਰਦੇ ਨਹੀਂ ਜਿੰਨਾ ਚਿਰ ਸ਼ਿਕਾਇਤ ਨਾ ਹੋਵੇ। ਇੱਥੇ ਸ਼ਿਕਾਇਤ ਹੋਵੇ ਤਾਂ ਵੀ ਨਹੀਂ ਚੈੱਕ ਕਰਨਗੇ। ਮੈਨੂੰ ਤਾਂ ਲੱਗਦਾ ਇਹਨਾਂ ਨੇ, ਮੈਨੂੰ ਨਹੀਂ ਪਤਾ ਇਹਨਾਂ ਨੇ ਵੀਡੀਓਗ੍ਰਾਫੀ ਕਰੀ ਵੀ ਹੈ ਕਿ ਨਹੀਂ। ਕੱਲੇ ਬੱਚੇ ਦੀ ਵੀਡੀਓਗ੍ਰਾਫੀ ਕਰਨੀ ਚਾਹੀਦੀ ਹੈ ਐਗਜ਼ਾਮ 'ਚ, ਪਹਿਲਾਂ ਉਹਦੀ ਫੋਟੋ ਨਾਲ ਲੱਗੀ ਹੋਣੀ ਚਾਹੀਦੀ ਹੈ। ਉਹ ਫੋਟੋ ਮੈਜਿਸਟ੍ਰੇਟ ਤੋਂ ਟੈਸਟਡ ਹੋਵੇ। ਜੇ ਤੁਸੀਂ ਕਿਤੋਂ ਹੋਰ ਕਰਾ ਲੈਣੋ ਝੂਠੀ ਫੋਟੋ ਟੈਸਟ ਕਰਾ ਦਿੰਦੇ ਨੇ। ਅਸੀਂ ਉੱਥੇ ਕੰਡੀਸ਼ਨ ਬਣਾਈ ਸੀ ਕਿ ਫੋਟੋ ਜਾਂ ਤਾਂ ਮੈਜਿਸਟ੍ਰੇਟ ਤੋਂ ਟੈਸਟ ਹੋਵੇ ਜਾਂ ਉਸ ਸਕੂਲ ਤੋਂ ਜਾਂ ਕਾਲਜ ਤੋਂ ਟੈਸਟ ਹੋਵੇ ਜਿੱਥੋਂ ਬੱਚਾ ਪੜ੍ਹਿਆ, ਹੋਰ ਕਿਤੋਂ ਨਹੀਂ, ਹੋਰ ਕਿਸੇ ਪ੍ਰਿੰਸੀਪਲ ਜਾਨੀ, ਤਾਂ ਕਿ ਥੋੜਾ ਜਿਹਾ ਚੈੱਕ ਹੋ ਜਾਂਦਾ ਹੈ। ਇਸ ਤੋਂ ਅੱਗੇ ਹਾਂਜੀ ਮੈਂ ਇੱਥੇ ਜਾਨਣਾ ਚਾਹੁੰਦਾ ਕਿ ਇਸ ਤੋਂ ਪਹਿਲਾਂ ਵੀ ਜਿਹੜੇ ਇਸ ਕੇਸ ਦੇ ਵਿੱਚ ਜਿਹੜੇ ਸਵਾਲ ਉੱਠ ਰਹੇ ਨੇ, ਪੀਪੀਐਸਸੀ ਨੇ ਤਾਂ ਆਪਣਾ ਕਹਿੰਦੇ ਇੱਕ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਵੀ ਸਾਡੇ ਵੱਲੋਂ ਟੈਸਟ ਬਿਲਕੁਲ ਠੀਕ ਕੰਡਕਟ ਕਰਾਇਆ ਗਿਆ, ਕੋਈ ਗੜਬੜ ਨਹੀਂ ਹੈ, ਸਾਡੇ ਪ੍ਰਣਾਲੀ ਦੇ ਵਿੱਚ ਕੋਈ ਗੜਬੜ। ਤੁਸੀਂ ਵੀ ਕਹਿ ਰਹੇ ਹੋ ਵੀ ਅਥਾਰਟੀਜ਼ ਦੀ ਕੋਸ਼ਿਸ਼ ਹੁੰਦੀ ਹੈ ਵੀ ਪਰਦਾ ਪਾਇਆ ਜਾਵੇ, ਤੇ ਜੇ ਪੇਪਰ ਕਿਸੇ ਲੈਵਲ ਤੇ ਲੀਕ ਵੀ ਹੋਇਆ ਜਾਂ ਅੰਦਰ ਖਾਤੇ ਕੋਈ ਗੜਬੜ ਵੀ ਹੋਈ ਤਾਂ ਉਸ ਨੂੰ ਬਾਹਰ ਨਾ ਦਿੱਤਾ ਜਾਵੇ। ਪਹਿਲੀ ਤਾਂ ਕੋਸ਼ਿਸ਼ ਇਹੀ ਹੁੰਦੀ ਹੈ। ਲੇਕਿਨ ਆਪਾਂ ਦੇਖਿਆ ਵੀ ਹਰਿਆਣੇ ਦੇ ਵਿੱਚ ਆਪਾਂ ਜ਼ਿਕਰ ਕੀਤਾ, ਹਰਿਆਣੇ ਦੇ ਵਿੱਚ ਤਕਰੀਬਨ ਹਰ ਲੈਵਲ ਦੇ ਉੱਤੇ ਪੇਪਰ ਲੀਕ ਹੋਏ। ਇੱਕ ਬੜਾ ਵੱਡਾ ਮਾਫੀਆ ਜਿਹੜਾ ਹਰਿਆਣੇ ਦੇ ਵਿੱਚ ਚੱਲਦਾ ਹੈ, ਸੋਨੀਪਤ ਦੇ ਪਿੰਡਾਂ ਦੇ ਵਿੱਚੋਂ ਚੱਲਦਾ ਹੈ। ਮੈਨੂੰ ਯਾਦ ਹੈ ਚੰਡੀਗੜ੍ਹ ਦੇ, ਪੰਜਾਬ ਦੇ, ਹਰਿਆਣੇ ਦੇ ਬੜੇ ਵੱਡੇ ਲੈਵਲ ਦੇ ਪੇਪਰਾਂ ਨੂੰ ਲੀਕ ਕਰਨ ਦਾ ਪੂਰਾ ਇੱਕ ਆਰਗੇਨਾਈਜ਼ਡ ਮਾਫੀਆ ਹੈ। ਬੀਤੇ ਸਾਲ ਜਿਹੜਾ ਇੱਕ ਸਬ ਇੰਸਪੈਕਟਰਾਂ ਦੀ ਭਰਤੀ ਲਈ ਇੱਕ ਆਨਲਾਈਨ ਐਗਜ਼ਾਮੀਨੇਸ਼ਨ ਕੀਤਾ ਗਿਆ ਸੀ ਕੰਡਕਟ, ਉਹ ਵੀ ਲੀਕ ਹੋਇਆ ਜਾਂ ਉਹਦੇ ਵਿੱਚ ਵੀ ਹੈਕ ਕਰ ਲਿਆ ਗਿਆ ਸੀ। ਇਨਫੈਕਟ ਉਹਨੂੰ ਹੈਕ ਕਰਕੇ ਲੀਕ ਕੀਤਾ ਗਿਆ। ਉਹਦੇ ਵਿੱਚ ਵੀ ਕੈਥਲ ਬੇਸਡ ਮਾਫੀਆ ਦਾ ਨਾਮ ਆਇਆ ਸੀਗਾ। ਸੋ ਇਹ ਵੀ ਇਤਫਾਕ ਹੈ ਕਿ ਪੰਜਾਬ ਤੇ ਹਰਿਆਣੇ ਦੇ ਇਲਾਕੇ ਦੇ ਹੀ ਇਹ ਬੱਚੇ ਟੌਪ ਕਰ ਰਹੇ ਨੇ, ਤੇ ਇੱਕ ਇਲਾਕੇ ਦੇ ਇੰਨੇ ਕੈਂਡੀਡੇਟਸ ਦਾ ਟੌਪ ਕਰਨਾ। ਸੋ ਜਦੋਂ ਸਵਾਲ ਐਡੇ ਵੱਡੇ ਖੜੇ ਹੋਣ ਤਾਂ ਫਿਰ ਸਰਕਾਰਾਂ ਨੂੰ ਤੇ ਐਡਮਿਨਿਸਟ੍ਰੇਸ਼ਨ ਨੂੰ ਇਹ ਕਹਿਣ ਦੀ ਬਜਾਏ ਕਿ ਜੀ ਸਾਡਾ ਸਿਸਟਮ ਬਿਲਕੁਲ ਠੀਕ ਹੈ, ਕੀ ਇਸ ਦੀ ਕੋਈ ਇਨਵੈਸਟੀਗੇਸ਼ਨ ਦੀ ਲੋੜ ਹੈ? ਵੁੱਡ ਵੀ ਬੀ ਫੇਅਰ ਕਿ ਜੇ ਆਪਾਂ ਕਹੀਏ ਕਿ ਟੌਪਾਂ ਦੀ ਪੜਤਾਲ ਕੀਤੀ ਜਾਏ ਜਾਂ ਉਹਨਾਂ ਨੂੰ ਦੁਬਾਰਾ ਉਹਨਾਂ ਦਾ ਕੋਈ ਟੈਸਟ ਕੰਡਕਟ ਕਰਾ ਕੇ ਦੇਖਿਆ ਜਾਏ? ਜਿਵੇਂ ਜਿਹੜਾ ਮੈਂ 2005 ਦੀ ਗੱਲ ਕਰਦਾ, ਬਾਬਾ ਫਰੀਦ ਲੀਕ ਹੋਇਆ, ਵਾਈਸ ਚਾਂਸਲਰ ਨੇ ਬਿਆਨ ਦਿੱਤਾ, ਸਰਕਾਰ ਨੇ ਵੀ ਬਿਆਨ ਦਵਾਤਾ, ਸਰਕਾਰ ਤੋਂ ਵੀ ਕੋਈ ਲੀਕ ਨਹੀਂ ਹੋਇਆ। ਜਦੋਂ ਤਾਂ ਜਮੇ ਪੇਪਰ ਬਾਹਰ ਆਇਆ, ਫੜਿਆ ਗਿਆ, ਵਿਆਹ ਪਈਆਂ ਨੇ ਸ਼ੀਟਾਂ, ਅਗਲਿਆਂ ਨੇ ਸ਼ੀਟਾਂ ਛਾਪਤੀਆਂ, ਫਿਰ ਜਾ ਕੇ ਉਹਨਾਂ ਨੂੰ ਮੰਨਣਾ ਪਿਆ ਸਰਕਾਰ ਨੂੰ ਵੀ ਤੇ ਵਾਈਸ ਚਾਂਸਲਰ ਨੂੰ ਵੀ। ਔਰ ਫਿਰ ਵੀ ਵਾਈਸ ਚਾਂਸਲਰ ਕੇ ਫਿਰ ਵੀ ਰਿਜ਼ਲਟ ਕੱਢਤਾ ਵਾਈਸ ਚਾਂਸਲਰ ਨੇ। ਸੋ ਜਦ ਅਥਾਰਟੀਜ਼ ਪਹਿਲੀ ਗੱਲ ਰਲੇ ਤੋਂ ਬਿਨਾਂ, ਮੈਨੂੰ ਸ਼ੰਕਾ ਹੈਗੀ ਹੈ ਇਹ ਨਾ ਕਿਤੇ ਰਲੇ ਹੁੰਦੇ ਨੇ ਪਹਿਲਾ ਲੈਵਲ। ਜੇ ਉਹ ਰਲੇ ਨਾ ਵੀ ਹੋਣ ਤਾਂ ਮਾਫੀਆ ਇੰਨਾ ਸਟਰੋਂਗ ਹੈ, ਜਿਵੇਂ ਤੁਸੀਂ ਕਿਹਾ ਬਾਰਡਰ ਦੇ ਉੱਤੇ ਨੋਨ ਹੈ ਇਸ ਏਰੀਏ 'ਚ ਮਾਫੀਆ। ਇਹ ਮਾਫੀਆ ਕੈਥਲ ਦਾ, ਇਹ ਸਰਸੇ ਦੇ ਆਲੇ ਦੁਆਲੇ, ਇਹ ਇਧਰ ਨਰਵਾਣੇ ਦੇ ਆਲੇ ਦੁਆਲੇ, ਇਹ ਨੋਨ ਨੇ ਮਾਫੀਏ। ਔਰ ਕੈਥਲ ਤਾਂ ਤੁਹਾਨੂੰ ਪਤਾ, ਕੈਥਲ ਤੁਹਾਨੂੰ ਤਾਂ ਲੱਗਦਾ ਹੀ ਪਾਤੜਾਂ ਮੁਨਕ ਦੇ ਨਾਲ ਹੀ ਹੈ। ਸੋ ਇਸ ਕਰਕੇ ਇਹ ਮਾਫੀਏ ਨੋਨ ਨੇ ਹਰਿਆਣੇ 'ਚ ਵੀ, ਯੂਪੀ 'ਚ ਵੀ, ਲਖਨਊ ਦੇ ਆਲੇ ਦੁਆਲੇ ਨੇ, ਬਿਹਾਰ ਤੋਂ ਬੱਚੇ ਲਿਆ ਕੇ ਟੈਸਟ ਕਰਵਾਏ ਜਾਂਦੇ ਨੇ। ਜਿਹੜੀਆਂ ਐਗਜ਼ਾਮ ਕੰਡਕਟਿੰਗ ਅਥਾਰਟੀ ਨੇ ਉਹਨਾਂ ਦੀ ਫੇਅਰਨੈਸ ਇੱਕ ਗਲਤੀ ਖੜੀ ਹੈ। ਉਹ ਕਹਿੰਦੇ ਨੇ ਜੀ ਜਿਹੜੀ ਗੱਲ ਸਾਨੂੰ ਪੁੱਛਣੀ ਆ ਪੁੱਛ ਲਓ, ਕਦੇ ਬਿਆਨਬਾਜ਼ੀ ਦਾ ਮਤਲਬ ਕੋਈ ਨਹੀਂ। ਜਿਹਨੇ ਪੇਪਰ ਦੇਖਣਾ ਦੇਖੋ, ਜਿਹਨੇ ਚੈੱਕ ਕਰਨਾ ਹੈ ਚੈੱਕ ਕਰੋ, ਸਾਨੂੰ ਤਰੀਕਾ ਦੱਸੋ, ਅਸੀਂ ਉਹਨੂੰ ਦੁਬਾਰਾ ਅਡਾਪਟ ਕਰਕੇ ਦੇਖ ਲੈਂਦੇ ਹਾਂ, ਰੀਵੈਰੀਫਿਕੇਸ਼ਨ ਕਰ ਲੈਂਦੇ ਹਾਂ।
ਇਹ ਜ਼ਿਆਦਾ ਜ਼ਰੂਰੀ ਜੇ ਉਹ ਐਨ ਸੱਚੀ ਮੁੱਚੀ ਇਹ ਕਹਿੰਦੀਆਂ ਨੇ ਵੀ ਯਾਰ ਜੇ ਲੀਕ ਹੋ ਗਿਆ ਅਸੀਂ ਕਹਿ ਦਾਂਗੇ ਵੀ ਲੀਕ ਹੋ ਗਿਆ। ਹੁਣ ਮੈਂ ਪਹਿਲਾਂ ਲੀਕ ਦੱਸਦਾ ਕਿੱਥੇ ਕਿੱਥੇ ਜਿਹੜੇ ਨਹੀਂ ਦੇਖਦੇ। ਅੰਦਰ ਚਲਾ ਗਿਆ ਉਹਦੀ ਵੀਡੀਓਗ੍ਰਾਫੀ ਕਰਨੀ ਚਾਹੀਦੀ ਹੈ ਤਾਂ ਕਿ ਬੰਦਾ ਫਿਰ ਵੀ ਬਾਅਦ ਦੇ ਵਿੱਚ ਵੀ ਚੈੱਕ ਹੋ ਜੇ, ਮੌਕੇ ਤੇ ਕਈ ਵਾਰ ਨਹੀਂ ਫੜਿਆ ਜਾਂਦਾ। ਇਸ ਤੋਂ ਬਾਅਦ ਉਹ ਵੀ ਵੀਡੀਓਗ੍ਰਾਫੀ ਆਇਆ ਨਹੀਂ ਵੀ ਜਿਵੇਂ ਮੇਲੇ 'ਚ ਕਰਨੀ ਹੈ ਜਾਂ ਕਿਸੇ ਰੈਲੀ ਦੀ ਕਰ ਰਹੇ ਹੁੰਦੇ ਨੇ, ਕੱਲੇ ਕੱਲੇ ਨੂੰ ਖੜਾ ਕੇ ਟੋ ਤੋਂ ਹੈੱਡ ਤੱਕ ਕੈਮਰਾ ਜ਼ੂਮ ਕਰਕੇ ਕੱਲੀ ਸੀਟ ਤੇ ਖੜੇ ਦੀ ਵੀਡੀਓਗ੍ਰਾਫੀ ਕਰਨੀ ਹੁੰਦੀ ਹੈ ਤੇ ਉਹਨਾਂ ਨੂੰ ਉੱਥੇ ਸੀਲ ਕਰਨਾ ਹੁੰਦਾ ਹੈ। ਉਹ ਨਹੀਂ, ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੇ ਇਹ ਕਰਿਆ ਹੋਊਗਾ ਪ੍ਰੋਸੀਜਰ। ਮੈਂ ਡਾਊਟ ਹੈ, ਹੋ ਸਕਦਾ ਕਰਿਆ ਵੀ ਹੋਵੇ, ਚੈੱਕ ਕਰਨ ਦੀ ਲੋੜ ਹੈ। ਇਸ ਤੋਂ ਅੱਗੇ ਕੀ ਹੁੰਦਾ ਹੈ ਅੱਜ ਕੱਲ੍ਹ ਇਲੈਕਟ੍ਰੋਨਿਕ ਮੈਂ ਦੇਖੇ ਨੇ ਪੈਨ ਉੱਤੋਂ ਦੀ ਐਂ ਫੇਰਦੇ ਨੇ ਤੇ ਉਹ ਸਾਰੇ ਦਾ ਸਾਰਾ ਪੇਪਰ ਸਕੈਨ ਹੋ ਜਾਂਦਾ ਹੈ ਤੇ ਉਹਦੇ ਵਿੱਚ ਪੈਨ 'ਚ ਹੀ ਉਹਦੇ 'ਚ ਕੋਈ ਡਿਵਾਈਸ ਲੱਗਿਆ ਜਿਹਦੇ ਨਾਲ ਪੇਪਰ ਬਾਹਰ ਚਲਾ ਜਾਂਦਾ ਹੈ। ਉਹ ਉੱਥੋਂ ਆਨਸਰ ਕਰਕੇ ਨਾਲ ਦੀਆਂ ਸਕੈਨ ਕਰਕੇ ਉਸੇ ਪੈਨ 'ਚ ਹੀ ਭੇਜ ਦਿੰਦੇ ਨੇ। ਇਹ ਇੱਕ ਹੈਗਾ ਕਿ ਕੋਈ ਬਲੂਟੁੱਥ ਕੋਈ ਹੋਰ ਕੋਈ ਐਸੇ ਸਕੈਨ ਪਰ ਪੇਪਰ ਇਦਾਂ ਲੀਕ ਤਾਂ ਨਹੀਂ ਹੋਇਆ ਉੱਥੋਂ ਬੈਠ ਕੇ ਕਰਕੇ ਆਨਸਰ ਆਏ ਹੋਣ ਅੰਦਰ। ਇਹਦੇ ਵਾਸਤੇ ਜੈਮਰ ਲਾਉਣੇ ਹੁੰਦੇ ਨੇ ਔਰ ਮੈਨੂੰ ਨਹੀਂ ਪਤਾ ਇਹਨਾਂ ਨੇ ਜੈਮਰ ਲਾਏ ਨੇ ਨਹੀਂ ਲਾਏ, ਇਹ ਬਹੁਤ ਜ਼ਰੂਰੀ ਹੁੰਦੇ ਨੇ। ਜੇ ਤੁਸੀਂ ਜੈਮਰ ਨਹੀਂ ਲਾਉਂਦੇ ਤਾਂ ਅੱਜ ਦੀ ਟੈਕਨੋਲੋਜੀ ਦੇ ਵਿੱਚ ਜੀ ਇੱਥੇ ਗੱਲ ਸਾਹਿਬ ਪਿਛਲੇ ਸਾਲ ਇੱਕ ਪੇਪਰ ਕੰਡਕਟ ਕੀਤਾ ਗਿਆ ਸੀ ਸਹਿਕਾਰਤਾ ਸਹਿਕਾਰਤਾ ਮਹਿਕਮੇ ਦੇ ਮੈਨੇਜਰ ਤੇ ਕਲਰਕਾਂ ਦਾ ਇੱਕ ਪੇਪਰ ਕੰਡਕਟ ਕੀਤਾ ਗਿਆ ਸੀ ਤੇ ਉਸ ਦੇ ਵਿੱਚ ਪਤਾ ਲੱਗਿਆ ਸੀ ਕਿ ਵੀਡੀਓਗ੍ਰਾਫੀ ਤੱਕ ਨਹੀਂ ਹੋਈ, ਜਦੋਂ ਕਿ ਵੀਡੀਓਗ੍ਰਾਫੀ ਅੱਜ ਕੱਲ੍ਹ ਬੇਸਿਕ ਐਗਜ਼ਾਮੀਨੇਸ਼ਨ ਦੇ ਵਿੱਚ ਵੀ ਹੁੰਦੀ ਹੈ। ਈਵਨ ਸਕੂਲ ਕਾਲਜਾਂ ਦੇ ਲੈਵਲ ਦੇ ਉੱਤੇ ਵੀ ਵੀਡੀਓਗ੍ਰਾਫੀ ਸ਼ੁਰੂ ਹੋ ਚੁੱਕੀ ਹੈ। ਲੇਕਿਨ ਇੱਥੇ ਮੈਨੇਜਰ ਤੇ ਕਲਰਿਕਲ ਸਟਾਫ ਸੀਗਾ ਕੋਆਪਰੇਟਿਵ ਸਹਿਕਾਰਤਾ ਮਹਿਕਮੇ ਦਾ, ਪਿਛਲੀ ਸਰਕਾਰ ਦੀ ਗੱਲ ਹੈ। ਸੋ ਐਡੀ ਵੱਡੀਆਂ ਅਣਗਹਿਲੀਆਂ ਹੁੰਦੀਆਂ, ਤੁਸੀਂ ਵੀਡੀਓਗ੍ਰਾਫੀ ਨਾ ਕਰੋ, ਤੁਸੀਂ ਜੈਮਰ ਨਾ ਲਾਓ ਤੇ ਉਸ ਸਥਿਤੀ ਦੇ ਵਿੱਚ ਕੁਝ ਵੀ ਹੋ ਸਕਦਾ ਹੈ। ਅੱਜ ਜੇ ਆਨਲਾਈਨ ਹੈਕ ਕਰਕੇ ਵੀ ਜਿਹੜੇ ਸਕੈਮਸਟਰ ਹੈਗੇ ਨੇ ਉਹ ਪੇਪਰ ਕੱਢ ਲੈਂਦੇ ਨੇ ਤੇ ਜੇ ਅਜਿਹੀਆਂ ਸਥਿਤੀਆਂ ਦੇ ਵਿੱਚ ਬਹੁਤ ਰੌਲਾ ਪਿਆ, ਉਸ ਵਕਤ ਦੀ ਪਿਛਲੀ ਸਰਕਾਰ ਨੇ ਉਸ ਪੇਪਰ ਨੂੰ ਦੁਬਾਰਾ ਨਹੀਂ ਕੰਡਕਟ ਕਰਾਇਆ, ਐਗਜ਼ਾਮੀਨੇਸ਼ਨ ਨੂੰ ਦੁਬਾਰਾ ਨਹੀਂ ਕੰਡਕਟ ਕਰਾਉਂਦੇ। ਸੋ ਜਦੋਂ ਇਸ ਤਰੀਕੇ ਦੀ ਸਰਕਾਰ ਬਾਈਪਾਸ ਕਰ ਜਾਂਦੀ ਹੈ ਆਬਜੈਕਸ਼ਨ ਨੂੰ, ਤਾਂ ਫਿਰ ਉਹਦਾ ਨਤੀਜਾ ਤੇ ਉਹਦਾ ਕੀਮਤ ਕੀ ਭੁਗਤਣੀ ਪੈਂਦੀ ਹੈ। ਅਸੀਂ ਜੱਜ ਲੱਗ ਰਹੇ ਨੇ, ਇਹੋ ਜਿਹੇ ਬੰਦੇ IAS PCS ਲੱਗ ਰਹੇ ਨੇ ਜਿਨ੍ਹਾਂ ਨੂੰ ਆਪ ਨੂੰ ਕੁਝ ਨਹੀਂ ਆਉਂਦਾ ਤੇ ਉਹ ਬੈਠ ਕੇ ਫੈਸਲੇ ਵੱਡੇ ਵੱਡੇ ਕਰਦੇ ਨੇ। ਬੜੇ ਨਾ ਉਹ ਕਾਨੂੰਨ ਪੜ੍ਹਨ, ਨਾ ਉਹ ਸੰਵਿਧਾਨ ਪੜ੍ਹਨ, ਨਾ ਉਹ ਨਿਯਮ ਪੜ੍ਹਨ, ਉਹ ਜੋ ਆਪਣਾ ਮਨ ਕਰਦਾ ਹੈ ਕਿਉਂਕਿ ਪਾਵਰ ਬੜੀ ਹੁੰਦੀ ਹੈ, ਜੋ ਮਰਜ਼ੀ ਫੈਸਲੇ। ਸਮਾਜ ਤਾਂ ਹੀ ਥੱਲੇ ਜਾ ਰਿਹਾ ਹੈ ਫਿਰ ਕਿਉਂਕਿ ਆਪ ਭ੍ਰਿਸ਼ਟਾਚਾਰ ਨਾਲ ਆਏ ਹੁੰਦੇ ਨੇ ਉਹਨਾਂ ਤੋਂ ਕਈ, ਉਹ ਫਿਰ ਭ੍ਰਿਸ਼ਟਾਚਾਰ ਨੂੰ ਬੜਾਵਾ ਦਿੰਦੇ ਨੇ, ਬਲਕਿ ਇਮਾਨਦਾਰਾਂ ਨੂੰ ਜ਼ਿਆਦਾ, ਜਿਹੜਾ ਮਾੜਾ ਜਿਹਾ ਵੀ ਉਹਨਾਂ ਦੇ ਸਵਾਲ ਕਰੇ ਉਹਦੇ ਜ਼ਿਆਦਾ ਖੁੰਦਕ ਖਾਂਦੇ ਨੇ। ਮੈਂ ਤਾਂ ਇਹਨਾਂ ਗੱਲਾਂ 'ਚ ਸਫ਼ਰ ਕਰਦਾ ਰਿਹਾ ਜੀਵਨ 'ਚ ਵੀ, ਜਿੱਤ ਕਿਉਂਕਿ ਮੇਰੀ ਆਦਤ ਸਵਾਲ ਕਰਨ ਦੀ। ਉਹ ਅਗਲਾ ਸੋਚਦਾ ਅੱਛਾ ਇਹ ਵੱਡਾ ਸਵਾਲ ਕਰਨ ਵਾਲਾ, ਇਹਨੂੰ ਤਾਂ ਦਿਓ ਸਜ਼ਾ। ਸੋ ਇਸ ਕਰਕੇ ਸਾਡਾ ਸਿਸਟਮ ਬਰੀਚ ਹੋ ਰਿਹਾ, ਜਿਹਨੂੰ ਅਸੀਂ ਕਹਿੰਦੇ ਸਟੀਲ ਫਰੇਮ, ਉਹ ਸਟੀਲ ਫਰੇਮ ਟੁੱਟਦਾ ਹੈ, ਉਹ ਟੁੱਟਦਾ ਬੁਰੀ ਤਰ੍ਹਾਂ। ਸੋ ਜਦ ਉਹ ਸਟੀਲ ਫਰੇਮ ਏਦਾਂ ਟੁੱਟ ਜਾਏਗਾ ਫਿਰ ਪੋਲੀਟੀਸ਼ੀਅਨ ਕੁਝ ਕਰੀ ਜਾਵੇ, ਕੋਈ ਹੋਰ ਕੁਝ ਕਰੀ ਜਾਵੇ, ਫਿਰ ਕੰਮ ਨਹੀਂ ਚੱਲਣਾ ਰਹੇ ਜੀ। ਇਦੋਂ ਅੱਗੇ ਮੈਂ ਜਿਹੜੀ ਇੱਕ ਗੱਲ ਹੋਰ ਵੀ ਕਹਿਣਾ, ਫਿਰ ਇਹ ਤਾਂ ਕਹਿੰਦੇ ਅਸੀਂ ਨਹੀਂ ਕਰਿਆ ਹੋਣਾ ਜੀ, ਅਸੀਂ ਸਾਰਾ ਪ੍ਰਬੰਧ ਕਰਿਆ ਹੈ। ਪੇਪਰ ਉੱਥੋਂ ਟਰਾਂਸਪੋਰਟ ਹੋਣ ਵੇਲੇ ਲੌਗ ਬੁੱਕ ਬਣਾਉਣੀ ਹੁੰਦੀ ਆ, ਉੱਥੇ ਸੀਲ ਕਰਕੇ ਉਹ 5-7 ਬੰਦੇ ਇੱਕ ਸੈਂਟਰ ਦੇ, ਜਿਹੜੇ ਆਲੇ ਦੁਆਲੇ ਸੈਂਟਰ ਨੂੰ ਇੱਕੋ ਬਿਲਡਿੰਗ 'ਚ ਇਕੱਠੇ ਹੋਣੇ ਚਾਹੀਦੇ ਨੇ ਤਾਂ ਕਿ ਰਸਤੇ 'ਚੋਂ ਕੋਈ ਬੰਦਾ ਉਹ OMR ਸ਼ੀਟ ਚੇਂਜ ਨਾ ਕਰ ਜੇ, ਕੋਈ ਖਰਾਬ ਨਾ ਕਰ ਜੇ। ਫਿਰ ਜਦ ਤੁਸੀਂ OMR ਸ਼ੀਟਾਂ ਨੂੰ ਮਾਰਕ ਕਰਵਾਉਣਾ ਹੈ, ਸਕੈਨ ਕਰਵਾਉਣਾ ਹੈ, ਉਦੋਂ ਤੁਸੀਂ ਬਾਹਰਲੇ ਬੰਦੇ ਬਿਠਾਉਣੇ ਨੇ। ਅਸੀਂ 5-5 4-4 ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਰਜਿਸਟਰਾਰ, ਜਿਹੜੇ ਮੈਡੀਕਲ ਯੂਨੀਵਰਸਿਟੀਆਂ ਕੰਸਰਨ ਨਹੀਂ ਹੈਗੇ, ਉਹਨਾਂ ਨੂੰ ਬਿਠਾਉਂਦੇ ਸੀ ਤਾਂ ਕਿ ਉਹ ਆਪਦੇ ਡਿਸਪੈਸ਼ਨੇਟਲੀ ਦੇਖਣ। ਉਹਨਾਂ ਦਾ ਕੋਈ ਇੰਟਰਸਟ ਨਹੀਂ ਹੁੰਦਾ। ਵੱਡੇ ਬੰਦੇ ਆਫਟਰ ਆਲ ਜਿਹੜੇ ਵੱਡੇ ਅਹੁਦਿਆਂ ਤੇ ਹੁੰਦੇ ਨੇ, ਕੁਝ ਤਾਂ ਉਹਨਾਂ ਦਾ ਨੱਕ ਨਮੂਦ ਹੁੰਦਾ ਹੀ ਹੈ। ਸੋ ਉੱਥੇ ਅਸੀਂ ਇੱਕ ਆਪਦਾ ਡਿਪਟੀ ਰਜਿਸਟਰਾਰ ਬਣਾ ਦੇਣਾ, ਉਹਨੇ ਲਿਫਾਫਾ ਅੱਗੇ ਕਰ ਦੇਣਾ, ਉਹਨਾਂ ਨੇ ਦੇਖਣਾ, ਉਹਨਾਂ ਨੇ ਸਾਰਿਆਂ ਨੇ ਦੇਖ ਕੇ ਫਿਰ ਉਹਨੂੰ ਫੜਾ ਦੇਣਾ ਵੀ ਅੱਗੋਂ ਕਾਗਜ਼ ਕੱਟ ਦੇ, ਬਸ ਉਹਨੇ ਚਾਕੂ ਮਾਰਨਾ, ਹੋਰ ਕੁਝ ਨਹੀਂ ਕਰਨਾ। ਉਹਦੇ ਅੰਦਰੋਂ ਵੀ ਪਹਿਲੇ ਬੰਦੇ ਨੇ ਕੱਢਣੇ ਪੇਪਰ, ਫਿਰ ਸਾਰਿਆਂ ਨੇ ਕੱਲਾ ਪੇਪਰ ਦੇਖਣਾ, ਫਿਰ ਸਕੈਨਰ 'ਚ ਉਹਨਾਂ ਸਭ ਸਕੈਨ ਹੋ ਜਾਣਾ। ਸੋ ਇੱਕ ਇਹੀ ਹੈ ਇਹਦੇ ਵਿੱਚ ਟਰਾਂਸਪੋਰਟ ਵੇਲੇ, ਸਟੋਰੇਜ ਵੇਲੇ। ਇਸ ਤੋਂ ਅੱਗੇ OMR ਸ਼ੀਟ ਦਾ ਬਦਲੇ ਜਾਣਾ, ਜਾਂ OMR ਸ਼ੀਟ ਦਾ ਟੈਂਪਰ ਹੋਣਾ, ਜਾਂ ਸਕੈਨਿੰਗ ਦੇ ਵਿੱਚ ਆਨਸਰ ਕੀ ਦਾ ਟੈਂਪਰ ਹੋਣਾ, ਜਾਂ ਫਿਰ ਜਿਹੜਾ ਹੈ ਰਿਜ਼ਲਟ ਦਾ ਟੈਂਪਰ ਹੋਣਾ। ਇਹ ਸਾਰੀਆਂ ਗੱਲਾਂ ਪੋਸੀਬਿਲਿਟੀ ਹੁੰਦੀਆਂ ਨੇ। ਇਹ ਅਸੀਂ ਸਟੱਡੀ ਕਰੀਆਂ, ਇਹ ਦੇਖੀਆਂ, ਤਾਂ ਜਾ ਕੇ ਪੇਪਰ ਲੀਕ ਅਸੀਂ ਬੰਦ ਕਰਿਆ ਇਹ ਮਾਫੀਆ। ਔਰ ਇੱਕ ਵੱਡੇ ਅਫਸਰ ਨੇ ਪੁਲਿਸ ਦੇ, ਹੁਣ ਤਾਂ ਹੋਰ ਵੀ ਇਨਕੁਆਇਰੀਆਂ ਕਰ ਰਹੇ ਨੇ, ਉਹਨਾਂ ਨੇ ਇਨਕੁਆਇਰੀ ਕਰੀ ਸੀ, 27 ਦੇ 27 ਬੰਦੇ ਉਹਨਾਂ ਨੇ ਲੱਭ ਲਏ ਸੀ। ਫਿਰ ਜਿਹੜੇ ਬੰਦੇ ਟ੍ਰਿਕਸਟਰ ਸੀਗੇ, ਉਹਨਾਂ ਨੇ ਪਹਿਲਾਂ ਬੜੇ ਸਖਤ ਸਵਾਲ ਕਰੇ ਨੂੰ ਵੀ, ਅਸੀਂ ਹਰ ਇੱਕ ਦਾ ਜਵਾਬ ਦਿੱਤਾ, ਵਿਆਹ ਪਿਆ, ਆਹ ਜਵਾਬ ਹੈ। ਉਹ ਜੋ ਚੀਜ਼ ਮੰਗੀ, ਜੋ ਡਾਟਾ ਮੰਗਿਆ, ਵਿਆਹ ਚੱਕੋ ਡਾਟਾ, ਹੁਣ ਹੀ ਲਓ, ਵੇਟ ਦੀ ਲੋੜ ਹੀ ਨਹੀਂ। ਜਿਹੜਾ ਬੰਦਾ ਮੇਰਾ ਡਾਟਾ 2 ਦਿਨਾਂ ਨੂੰ ਆਊ ਜੀ, 3 ਦਿਨ ਨੂੰ ਆਊ ਜੀ, ਇਹਦਾ ਮਤਲਬ ਹੇਰਾਫੇਰੀ ਕਰਦਾ। ਡਾਟਾ ਤੁਹਾਡੇ ਕੋਲ ਪਿਆ, ਤੁਸੀਂ ਘੰਟੇ 'ਚ ਉਹਦੀ ਕੋਲ ਆਓ ਜੀ, ਹੁਣ ਹੀ ਲੈ ਲਓ। ਹੁਣ ਤੁਸੀਂ
ਗਰਗ ਸਾਹਿਬ ਇੱਥੇ ਇਹ ਹੁੰਦਾ ਵੀ ਜਦੋਂ ਅਜਿਹੀ ਕੋਈ ਘਟਨਾ ਨੂੰ ਫਲੈਗ ਕੀਤਾ ਜਾਂਦਾ ਹੈ ਜਾਂ ਅਜਿਹੀ ਕੋਈ ਐਨੋਮਲੀ ਨੂੰ ਫਲੈਗ ਕੀਤਾ ਜਾਂਦਾ, ਜਿਵੇਂ ਕਿ ਬਹੁਤ ਸੇ ਕੈਂਡੀਡੇਟਸ ਨੇ ਇਤਰਾਜ਼ ਚੁੱਕੇ ਨੇ, ਸੁਖਪਾਲ ਖਹਿਰਾ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਹੁਣ ਸਾਡੇ 'ਚ ਇੱਕ ਨੋ ਮਿਸਟੇਕ ਸਿੰਡਰਮ ਹੈ, ਜਿਹਦਾ ਜ਼ਿਕਰ ਤੁਸੀਂ ਵੀ ਕਰਦੇ ਪਏ ਹੋ, ਵੀ ਅਫਸਰਸ਼ਾਹੀ ਕਹਿ ਲਓ ਜਾਂ ਜਿਹੜੇ ਸੰਬੰਧਿਤ ਯੂਨੀਵਰਸਿਟੀ ਹੈ ਜਾਂ ਅਦਾਰਾ, ਇਸ ਕੇਸ ਦੇ ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਉਹ ਕਹਿੰਦੇ ਨੇ ਸ਼ੁਰੂਆਤੀ ਸਟੇਜ ਤੇ ਢਕੋ। ਜਿਵੇਂ ਮਾਨਸੇ ਦੇ ਸੀਆਈ ਇੰਚਾਰਜ ਦੀ ਕਸਟਡੀ 'ਚੋਂ ਜਿਹੜਾ ਗੈਂਗਸਟਰ ਭਗੌੜਾ ਹੋਇਆ, ਤਾਂ ਪਹਿਲੇ 2 ਘੰਟੇ ਉਹਨੇ ਵੀ ਛੁਪਾਉਣ ਦੀ ਕੋਸ਼ਿਸ਼ ਕੀਤੀ ਤੇ ਇਹਨੇ 2 ਘੰਟੇ ਦੇ ਵਿੱਚ ਪਤਾ ਨਹੀਂ ਕਿੱਥੇ ਨਿਕਲ ਗਿਆ। ਸੋ ਇਸ ਤਰੀਕੇ ਦੀਆਂ ਜਿਹੜੀਆਂ ਕਮੀਆਂ ਹੁੰਦੀਆਂ ਨੇ ਤੇ ਜਿਹੜੀ ਸਰਕਾਰਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਇਸ ਕਿਸਮ ਦੀ ਗੱਲਬਾਤ ਨੂੰ ਉਜਾਗਰ ਨਾ ਹੋਣ ਦੇਣਾ ਜਾਂ ਜਿਸ ਹੱਦ ਤੱਕ ਹੋ ਸਕੇ ਉਸਨੂੰ ਦਬਾ ਕੇ ਰੱਖਣਾ, ਇਸ ਚੀਜ਼ ਨਾਲ ਜ਼ਿਆਦਾ ਕਾਣ ਜਾਂ ਨੁਕਸਾਨ ਹੁੰਦਾ ਹੈ। ਕਿਉਂਕਿ ਇਹਦੇ ਵਿੱਚ ਜੇ ਕੋਈ ਪੇਪਰ ਲੀਕ ਹੋ ਜਾਂਦਾ ਹੈ, ਇਹਨੂੰ ਐਮਬੈਰਸਮੈਂਟ ਦੇ ਰੂਪ ਵਿੱਚ ਲਿਆ ਜਾਂਦਾ ਹੈ ਕਿਸੇ ਇੰਸਟੀਟਿਊਸ਼ਨ ਲਈ, ਪੀਪੀਐਸਸੀ ਲਈ, ਕਿਸੇ ਯੂਨੀਵਰਸਿਟੀ ਲਈ। ਲੇਕਿਨ ਅਸੀਂ ਦੇਖਿਆ ਵੀ ਕਿਹੜੇ ਲੈਵਲ ਦਾ ਪੇਪਰ ਲੀਕ ਨਹੀਂ ਹੋਇਆ। ਸੋ ਇਸ ਤਰੀਕੇ ਦੀ ਐਡਮਿਟੈਂਸ ਦੇ ਵਿੱਚ ਜ਼ਿਆਦਾ ਸਮਾਂ ਲੱਗਣਾ ਨਹੀਂ ਚਾਹੀਦਾ। ਤੇ ਟੂ ਬੀ ਫੇਅਰ ਟੂ ਦਿਸ ਕੈਂਡੀਡੇਟ, ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਇਤਫਾਕ ਨਹੀਂ ਹੋ ਸਕਦਾ ਕਿ ਇਹ ਸਾਰੇ ਟੌਪਰ ਪਹਿਲੇ ਪੇਪਰ ਕੁਆਲੀਫਾਈ ਨਹੀਂ ਕਰ ਪਾਏ? ਇਹ ਇੱਕ ਇਨਵੈਸਟੀਗੇਸ਼ਨ ਮੰਗਦੀ ਹੈ ਇਹ ਫੈਕਟ ਕਿ ਇਹਨਾਂ ਤੋਂ ਪਹਿਲਾਂ ਦੇ ਪੇਪਰ ਕਲੀਅਰ ਨਹੀਂ ਹੋ ਪਾਏ। ਮੈਂ ਕਹਿੰਦਾ ਜਿਹੜੇ ਆ 1158 ਦੇ ਹੋਏ ਸੀ ਉਹਨਾਂ ਚ ਇਹੋ ਜਿਹਾ ਭਾਣਾ ਵੀ ਨਹੀਂ ਵਰਤਿਆ, ਪਰ ਪੇਪਰ ਦੇ ਸ਼ੰਕੇ ਸੀਗੇ। ਸਰਕਾਰ ਨੇ ਬਿਆਨ ਤੇ ਬਿਆਨ ਦਿੱਤਾ ਵੀ ਕੋਈ ਲੀਕ ਨਹੀਂ ਹੋਇਆ, ਕੁਝ ਨਹੀਂ ਹੋਇਆ। ਸੈਕਟਰੀ ਨੇ, ਮਿਨਿਸਟਰ ਇਮਾਨਦਾਰ ਜਿਹਨੇ ਬਿਲਕੁਲ ਹੀ ਇੰਟਰਵਿਊ ਦੇ ਨੰਬਰ ਵੀ ਨਹੀਂ ਰੱਖੇ ਤੇ ਤਾਂ ਕਿ ਦਖਲਅੰਦਾਜ਼ੀ ਨਾ ਹੋਵੇ, ਉਹ ਤੋਂ ਵੀ ਬਿਆਨ ਦਵਾਤਾ। ਬਾਅਦ ਚ ਇੱਕ ਵਾਈਸ ਚਾਂਸਲਰ ਕਹਿੰਦਾ ਮੈਂ ਕੀ ਕਰਾਂ ਜੇ ਪੇਪਰ ਲੀਕ ਹੋ ਗਿਆ। ਹਾਈ ਕੋਰਟ ਨੇ ਜਾ ਕੇ ਸੈੱਟ ਅਸਾਈਡ ਕਰਿਆ ਉਹ ਪੇਪਰ, ਸਾਰੀ ਚੋਣ ਹੋਈ ਯਾਨੀ ਕਿ ਉਹ ਇਹਨਾਂ ਨੇ ਰਾਤੋਂ ਰਾਤ ਜੁਆਇਨ ਕਰਾਉਣੇ ਸ਼ੁਰੂ ਕਰਤੇ ਹਾਈ ਕੋਰਟ ਦੀ ਸਟੇ ਦੇ ਬਾਵਜੂਦ। ਹਾਈ ਕੋਰਟ ਨੂੰ ਇਹ ਕਹਿਣਾ ਪਿਆ ਵੀ ਚੀਫ ਸੈਕਟਰੀ ਇਹਨਾਂ ਦੇ ਜਿਹੜੇ ਕਾਗਜ਼ ਨੇ ਸਾਰੇ ਸੀਲ ਕਰੇ, ਕਿਉਂਕਿ ਸੈਕਟਰੀ ਸੀਲ ਨਹੀਂ ਕਰ ਰਿਹਾ, ਸੈਕਟਰੀ ਦੇ ਕਹੇ ਤੋਂ ਹਟ ਨਹੀਂ ਰਹੇ, ਉਹ ਗੜਬੜ ਕਰ ਰਹੇ ਨੇ। ਸੋ ਜੇ ਇੱਥੇ ਤੱਕ ਪਹੁੰਚ ਗਈ ਗੱਲ ਤੇ ਫਿਰ ਆਪਾਂ ਕਿੱਥੇ ਦੇਖਾਂਗੇ? ਇਹ ਪੀਪੀਐਸਸੀ ਵੀ ਇਹੀ ਕੁਛ ਕਰਦਾ ਹੈ। ਮੈਂ ਕਿਉਂ ਕਹਿਣਾ, ਮੈਨੂੰ ਇਹ ਗੱਲ ਕਹਿਣ ਦਾ ਮੋਰਲ ਰਾਈਟ ਹੈ। ਕਿਵੇਂ? ਇੱਕ ਛੋਟੀ ਜਿਹੀ ਉਦਾਹਰਨ ਦੇਵਾਂਗਾ ਅੱਧੇ ਲਾਈਨ ਦੀ। ਹੈਲੋ ਜੀ ਬਿਲਕੁਲ। ਜਦ ਮੈਂ ਕਿਹਾ ਮੇਰੇ ਵਾਈਸ ਚਾਂਸਲਰ ਸਾਹਿਬ ਨੂੰ, ਮੈਂ ਕਿਹਾ ਜੀ ਇਹਦੀ ਰੈਟਰੋਸਪੈਕਟ ਐਨਾਲਿਸਿਸ ਕਰਨੀ ਆ ਮੈਂ ਰਿਜ਼ਲਟ ਦੀ, ਮੈਨੂੰ ਕਹਿੰਦੇ ਵੀ ਇੰਨੀ ਤਾਂ ਤਾਰੀਫ ਹੋਈ ਆ। ਮੈਂ ਕਿਹਾ ਜੀ ਇਹੀ ਤਾਂ ਚਿੰਤਾ ਦਾ ਵਿਸ਼ਾ ਵੀ ਇਹ ਸਾਡੀ ਤਾਰੀਫ ਕਿਵੇਂ ਹੋਊਗੀ? ਜਿਹੜਾ ਪੇਪਰ ਲੀਕ ਮਾਫੀਆ ਤਾਂ ਕੋਈ ਉੱਥੇ ਥਾਂ ਨਹੀਂ ਸੀ ਜੀ, ਉੱਥੇ ਤਾਂ ਸੀ ਜੀ, ਉੱਥੇ ਤਾਂ ਫਲਾਣਾ ਸੀ। ਉਹ ਜਿਵੇਂ ਐਂ ਕਹਿੰਦੇ ਵੀ ਅਸੀਂ ਰੱਬ ਤੋਂ ਦੇਵਤੇ ਉੱਤੇ ਆਈਏ, ਇਹਦਾ ਮਤਲਬ ਕੋਈ ਗੜਬੜ ਕਰੀ ਆ ਉਹਨਾਂ ਨੇ। ਉਹ ਕਹਿੰਦੇ ਹੁਣ ਚੁੱਪ ਰਹਿ ਜਾਓ, ਬਸ ਉਹ ਰਹਿ ਜੇ। ਤਾਂ ਮੇਰੇ ਵਾਈਸ ਚਾਂਸਲਰ ਸਾਹਿਬ ਨੇ ਮੈਨੂੰ ਕਿਹਾ ਵੀ ਇਹ ਬਹੁਤ ਵੱਡੀ ਗੱਲ ਹੋ ਸਕਦੀ ਹੈ। ਮੈਂ ਹਾਂਜੀ, ਉਹ ਦੋਸ਼ ਲਾ ਦੇਣਗੇ ਵੀ ਇਹ ਰਜਿਸਟਰਾਰ ਨੇ ਖੁਦ ਹੀ ਪੇਪਰ ਕਰਿਆ ਹੋਇਆ ਸੀ, ਇਹਨੇ ਖੁਦ ਹੀ ਦੂਜੇ ਬੰਦੇ ਬਿਠਾਏ ਸੀ, ਹੁਣ ਇਹਦਾ ਸੌਦਾ ਟੁੱਟ ਗਿਆ ਹੋਣਾ, ਇਹ ਹੋਰ ਪੈਸੇ ਮੰਗਦਾ ਹੋਣਾ ਤੇ ਇਸ ਕਰਕੇ ਦੱਸ ਤੇ ਮੈਨੂੰ ਇਹ ਦੋਸ਼ ਲਾ ਦੇਣਗੇ, ਮੈਂ ਇਹਦਾ ਜਵਾਬ ਦੇ ਦੂੰ, ਦੇਖੀ ਜੋ ਹੁੰਦਾ। ਕਹਿੰਦੇ ਫਿਰ ਠੀਕ ਹੈ ਜੇ ਤੁਸੀਂ ਐਡਾ ਰਿਸਕ ਲੈਣ ਨੂੰ ਤਿਆਰ ਹੋ ਵੀ ਜੋ ਕਹਿੰਦਾ ਕੋਈ ਕਹੇ। ਹਾਲਾਂਕਿ ਉਹਨਾਂ ਨੂੰ ਪਤਾ ਸੀ ਵੀ ਮੈਂ ਕੁਛ ਨਹੀਂ ਕਰਿਆ, ਉਹ ਖੁਦ ਬੜੇ ਇਮਾਨਦਾਰ, ਪਰ ਫਿਰ ਵੀ ਇੱਕ ਰਿਸਕ ਦਾ ਤਾਂ ਡਰ ਹੁੰਦਾ ਹੀ ਆ ਨਾ ਬੰਦੇ ਨੂੰ। ਮੈਂ ਕਿਹਾ ਕੋਈ ਗੱਲ ਨਹੀਂ ਜੀ, ਜੋ ਹੋਊਗਾ ਹੋ ਜੇ, ਆਪਣਾ ਨੇ ਇਹ ਗੰਦ ਰਹਿ ਨਹੀਂ ਦੇਣਾ ਤੇ ਅਸੀਂ ਫੜ ਲਏ। ਤਾਂ ਮੈਂ ਕਹਿੰਦਾ ਵੀ ਤੁਹਾਨੂੰ ਇਹ ਕਹਿਣਾ ਚਾਹੀਦਾ ਕਿ ਮੇਰੀ ਇੱਜ਼ਤ ਨਾਲੋਂ ਮੇਰੇ ਸੂਬੇ ਦੀ, ਪ੍ਰੋਫੈਸ਼ਨ ਦੀ, ਮੇਰੇ ਫਿਊਚਰ ਦੀ, ਜਨਰੇਸ਼ਨ ਦੀ ਇੱਜ਼ਤ ਜ਼ਿਆਦਾ ਜ਼ਰੂਰੀ ਹੈ। ਮੈਂ ਤਾਂ ਅੱਜ ਕੁਰਸੀ ਤੇ, ਕੱਲ ਨੂੰ ਮੈਂ ਬਦਲ ਜਾਣਾ ਹੈ। ਅੱਜ ਦੇ ਵਕਤੀ ਹਾਕਮਾਂ ਦੀ ਇੱਜ਼ਤ ਦਾ ਸਵਾਲ ਨਹੀਂ ਹੈ, ਇਹ ਦੇਸ਼ ਦੀ, ਸੂਬੇ ਦੀ, ਆਉਣ ਵਾਲੀਆਂ ਜਨਰੇਸ਼ਨ ਦੀ ਇੱਜ਼ਤ ਦਾ ਸਵਾਲ ਹੈ। ਤੇ ਜੇ ਤੁਸੀਂ ਉਹਨਾਂ ਦੀ ਇੱਜ਼ਤ ਨੂੰ ਵੱਡੀ ਸਮਝ ਲਓਗੇ ਜਿੱਦੇ, ਉਹਦੇ ਤੁਹਾਡੀ ਇੱਜ਼ਤ ਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ। ਜੇ ਲੋਕਾਂ ਨੇ, ਵਿਰੋਧੀਆਂ ਨੇ ਝੂਠੇ ਦੋਸ਼ ਵੀ ਲਾਉਣੇ, ਲਾ ਦਿਓ। ਦੁਨੀਆ 'ਚ ਅੱਜ ਕੱਲ੍ਹ ਆਉਣ ਲੱਗ ਗਏ ਲੋਕ, ਪਰ ਤੁਸੀਂ ਆਪਦੇ ਭਰਮ ਤੇ ਪੱਕੇ ਰਹੋ ਵੀ ਨਹੀਂ, ਮੈਂ ਇਹ ਹੇਰਾਫੇਰੀ ਨਹੀਂ ਚੱਲਣੀ, ਮੈਂ ਅੱਖੀਂ ਦੇਖ ਕੇ ਮੱਖੀ ਨਹੀਂ ਨਿਗਲਣੀ, ਮੈਂ ਇਹ ਜ਼ਹਿਰ ਲੋਕਾਂ ਨੂੰ ਨਹੀਂ ਦੇਣਾ। ਇਹਦੇ ਉੱਤੇ ਜੇ ਅੜੇ ਰਹੋਗੇ ਤਾਂ ਤੁਸੀਂ ਸੌਖੇ ਰਹੋਗੇ। ਮੇਰੇ ਕੋਲ ਇਹੋ ਜਿਹੇ ਵੀ ਮੌਕੇ ਆਏ ਨੇ, ਜਦ ਮੈਨੂੰ ਸਵਾਲ ਕਰਿਆ ਗਿਆ ਵੀ ਹੁਣ ਕੀ ਕਰੋਗੇ, ਮੈਂ ਕਿਹਾ ਰਿਜ਼ਾਈਨ, ਮੈਂ ਸਾਈਨ ਨਹੀਂ ਕਰਾਂਗਾ। ਪਿਆਰ ਨਾਲ ਕਰਕੇ ਸਾਈਨ ਨਹੀਂ ਹੋਣ, ਦੂਜਾ ਬੰਦਾ ਲਿਆ ਕੇ ਸਾਈਨ ਕਰਾ ਲੈਣ ਤੇ ਜੇਬ 'ਚ ਰੈਜ਼ਿਗਨੇਸ਼ਨ ਪਾ ਕੇ ਲਿਜਾਈਦਾ ਸੀ ਵੀ ਆਹ ਚੱਕੋ ਜੀ ਅਸਤੀਫਾ, ਜੇ ਆਹ ਕੰਮ ਮੈਂ ਨਹੀਂ ਜੇ ਕਰਨਾ, ਜੋ ਮਰਜ਼ੀ ਕਰ ਜਿੰਨਾ ਚਿਰ ਜੀ। ਦੇਖੋ ਉਹਦੇ ਟੈਰੀਟੇਜ ਜੀ, ਇਹਦੀ ਇਨਵੈਸਟੀਗੇਸ਼ਨ ਬਹੁਤ ਜ਼ਰੂਰੀ ਹੈ। ਇਸ ਗੱਲ ਕਰਕੇ, ਖਾਸ ਕਰਕੇ 2-3 ਗੱਲਾਂ ਮੈਂ ਕਹਾਂਗਾ। ਨੰਬਰ 1, ਉਹ ਜਿਹੜੇ 8-9 ਬੰਦੇ ਪਹਿਲੇ ਰੈਂਕਸ ਦੇ ਵਿੱਚ ਆਏ ਨੇ, ਬਲਕਿ ਮੈਂ ਤਾਂ ਕਹਾਂਗਾ ਪਹਿਲੇ 50 ਦਾ ਚੈੱਕ ਕਰਨਾ ਚਾਹੀਦਾ, 200 ਦਾ, ਬਲਕਿ ਉਹ ਜਿਹੜੇ ਆਏ ਨੇ ਉਹ ਬੰਦੇ ਨੇ ਬਹੁਤੇ ਉਹਨਾਂ ਚੋਂ, ਜਿਵੇਂ ਕਿਹਾ ਜਾ ਰਿਹਾ ਹੈ ਕਿ ਉਹ ਪਹਿਲੇ ਪੇਪਰਾਂ 'ਚ ਫੇਲ ਹੋਏ ਨੇ, 30% ਨੰਬਰ ਵੀ ਨਹੀਂ ਲੈ ਸਕੇ। ਇਹ ਇੱਕ ਸ਼ੰਕਾ ਹੈ। ਦੂਜਾ ਸ਼ੰਕਾ ਇਹ ਹੈ ਉਹ ਇੱਕੋ ਏਰੀਏ ਦੇ ਨੇ, ਇਹ ਦੂਜਾ ਸ਼ੰਕਾ ਹੈ। ਤੀਜਾ ਸ਼ੰਕਾ ਇਸ ਕਰਕੇ ਹੈ ਕਿ ਉਸ ਏਰੀਏ ਦੇ ਆਲੇ ਦੁਆਲੇ ਪੇਪਰ ਲੀਕ ਆਮ ਹੀ ਹੁੰਦਾ, ਹਰਿਆਣੇ ਦੇ ਨਾਲ ਲੱਗਦਾ, ਇਹ ਤੀਜਾ ਸ਼ੰਕਾ ਹੈ। ਚੌਥਾ ਸ਼ੰਕਾ ਮੇਰਾ ਇਹ ਬਣਦਾ ਹੈ ਕਿ ਜਿਹੜਾ ਪੀਪੀਐਸਸੀ ਐਨ ਬਾਬਰ ਕੇ ਕਹੀ ਜਾਂਦਾ ਵੀ ਸਾਡਾ ਤਾਂ ਪੇਪਰ ਲੀਕ ਹੀ ਨਹੀਂ ਹੋਇਆ, ਇਹ ਰਵੀ ਸਿੱਧੂ ਵਾਲਾ ਕਾਂਡ ਭੁੱਲ ਗਏ ਮੈਨੂੰ ਲੱਗਦਾ। ਸੋ ਇਸ ਕਰਕੇ ਇਹ ਪੀਪੀਐਸਸੀ ਨੂੰ ਇਸ ਗੱਲ ਦੇ ਉੱਤੇ ਕਾਫੀ ਧਿਆਨ ਦੇਣ ਦੀ ਲੋੜ ਹੈ ਵੀ ਇਹ ਇੰਨਾ ਨਹੀਂ ਹੈ। ਜੇ
जी, ਗੱਲ ਸਾਹਿਬ ਪੀਪੀਐਸਸੀ ਘੁਟਾਲਾ ਜਾਂ ਰਵੀ ਸਿੱਧੂ ਦੀ ਜਿਹੜੀ ਇੱਕ ਬਹੁਤ ਪੁਰਾਣਾ ਕੇਸ ਹੈ, ਲੇਕਿਨ ਉਸ ਕੇਸ ਦੇ ਵਿੱਚ ਤਾਂ ਰਿਸ਼ਵਤਾਂ ਇੰਟਰਵਿਊ ਦੇ ਵਿੱਚ ਫਾਇਦੇ ਦੀਆਂ ਚੱਲਦੀਆਂ ਸੀ, ਲੇਕਿਨ ਉਸ ਤੋਂ ਬਾਅਦ ਆ ਜਿਹੜਾ ਪੇਪਰ ਲੀਕ ਦਾ ਮਾਫੀਆ ਇਵੋਲਵ ਹੋਇਆ ਹੈ, ਤੇ ਜਿਹੜੀ ਮੈਂ ਗੱਲ ਜੀ ਕਰ ਰਿਹਾ ਤੇ ਤੁਸੀਂ ਵੀ ਆਪਾਂ ਜ਼ਿਕਰ ਕੀਤਾ ਹੈ ਵੀ ਹਰਿਆਣਾ, ਇੱਥੇ ਹਰਿਆਣਾ ਇੱਕ ਬੜਾ ਮੇਜਰ ਪੁਆਇੰਟ ਹੈ ਕਿ ਪੰਜਾਬ ਦੇ ਵਿੱਚ ਇਸ ਮਾਫੀਆ ਦਾ ਐਡਾ ਜ਼ੋਰ ਨਹੀਂ ਹੈ, ਲੇਕਿਨ ਹਰਿਆਣਾ ਦਾ ਮਾਫੀਆ ਦੇਸ਼ ਭਰ ਦੇ ਵਿੱਚ ਸਭ ਤੋਂ ਖਤਰਨਾਕ ਮਾਫੀਆ ਹੈ। ਮੈਂ ਸੋਨੀਪਤ ਦੀ ਕੈਥਲ ਦੀ ਗੱਲ ਕਰਦਾ। ਸੋ ਇਹ ਬਾਰਡਰ ਦਾ ਬੈਲਟ ਹੋਣਾ ਇਹ ਪੂਰੇ ਦੇਸ਼ ਲਈ ਚੁਣੌਤੀ ਹੈ ਤੇ ਬਹੁਤ ਵੱਡੇ ਵੱਡੇ ਨੈਸ਼ਨਲ ਪੱਧਰ ਦੇ ਪੇਪਰ ਲੀਕ ਹੋਏ ਨੇ। ਸੋ ਤੁਹਾਨੂੰ ਲੱਗਦਾ ਵੀ ਸਰਕਾਰ ਨੂੰ ਇਸ ਵਕਤ ਥੋੜੀ ਜਿਹੀ ਫਿਰਾਕਤਲੀ ਦਿਖਾਣੀ ਚਾਹੀਦੀ ਹੈ, ਕਿਉਂਕਿ ਜਦੋਂ ਇੱਕ ਵੀ ਪੇਪਰ ਦੇ ਉੱਤੇ ਚੁੱਪੀ ਧਾਰ ਲਈ ਜਾਂਦੀ ਹੈ, ਜਿਵੇਂ ਇੱਕ ਸਹਿਕਾਰਿਤਾ ਮਹਿਕਮੇ ਦੇ ਵਿੱਚ ਵੀਡੀਓਗ੍ਰਾਫੀ ਨਹੀਂ ਹੋਈ, ਉੱਥੇ ਕੈਮਰੇ ਵਗੈਰਾ ਨਹੀਂ ਲੱਗੇ ਹੋਏ ਸੀ, ਲੋਕਾਂ ਨੇ ਨਕਲਾਂ ਮਾਰੀਆਂ, ਉੱਥੇ ਬੜੇ ਵੱਡੇ ਪੱਧਰ ਦੀ ਨਕਲਾਂ ਵੱਜੀਆਂ, ਤੇ ਜਿਹੜੇ ਕੈਂਡੀਡੇਟਸ ਨਾਲ ਬੈਠੇ ਸੀ ਉਹ ਦੇਖ ਰਹੇ ਸੀ ਕਿ ਜਿਨ੍ਹਾਂ ਨੂੰ ਪਤਾ ਸੀ ਵੀ ਸਖਤੀ ਨਹੀਂ ਹੋਣੀ, ਉਹ ਨਕਲਾਂ ਮਾਰ ਕੇ ਚੰਗੇ ਰੈਂਕਸ ਲੈ ਕੇ, ਚੰਗੇ ਐਗਜ਼ਾਮ ਲੈ ਕੇ ਤੇ ਕਲੀਅਰ ਕਰ ਗਏ, ਤੇ ਉਸ ਤੋਂ ਬਾਅਦ ਜਿਹੜੇ ਮੰਤਰੀ ਵੀ ਚੁੱਪ ਕਰ ਜਾਂਦੇ, ਸਰਕਾਰ ਚੁੱਪ ਕਰ ਜਾਂਦੀ ਹੈ ਤੇ ਬਾਈਪਾਸ ਹੋ ਜਾਂਦਾ ਹੈ। ਸੋ ਮੀਡੀਆ ਨੂੰ ਅੱਜ ਰੌਲਾ ਪਾਉਣ ਦੀ ਲੋੜ ਹੈ, ਆਪੋਜੀਸ਼ਨ ਨੂੰ ਰੌਲਾ ਪਾਉਣ ਦੀ ਲੋੜ ਹੈ, ਤੇ ਸਰਕਾਰ ਨੂੰ ਵੀ ਥੋੜਾ ਸਮਝਣ ਦੀ ਲੋੜ ਹੈ ਕਿ ਮਾਫੀਆ ਬਹੁਤ ਖਤਰਨਾਕ ਹੈ। ਇਹਦੇ ਸਾਹਮਣੇ ਚੁੱਪ ਕਰਨ ਦਾ ਮਤਲਬ ਨਹੀਂ ਹੈ, ਇਨਵੈਸਟੀਗੇਸ਼ਨ ਤੇ ਇਹਦੀ ਹਾਈ ਲੈਵਲ ਦੀ ਹੋਣੀ ਚਾਹੀਦੀ ਹੈ। ਤੁਸੀਂ ਸਹੀ ਕਿਹਾ, ਇਹ ਫਰਾਕ ਦੀ ਨਹੀਂ ਮੈਂ ਕਹਾਂਗਾ, ਸਰਕਾਰ ਨੂੰ ਤੇ ਪੀਪੀਐਸਸੀ ਨੂੰ ਇਹ ਆਉਣਾ ਚਾਹੀਦਾ ਹੈ ਵੀ ਜੇ ਹੇਰਾਫੇਰੀ ਹੋਈ ਹੈ ਅਸੀਂ ਨਹੀਂ ਹੋਣ ਦੇਣੀ, ਕੋਈ ਗੱਲ ਨਹੀਂ, ਚਾਹੇ ਦੋਸ਼ ਹੀ ਲੱਗਦੇ ਨੇ, ਚੈੱਕ ਕਰਨ ਚ ਕੀ ਹਰਜ ਹੈ, ਤੁਸੀਂ ਦੁਬਾਰਾ ਚੈੱਕ ਕਰਾਓ ਸਾਰੀ ਗੱਲ ਦਾ ਪੂਰੀ ਤਰ੍ਹਾਂ ਦੇਖੋ। ਮੈਂ ਕਹਿੰਦਾ ਇਹ ਤਾਂ ਵੱਡੇ ਦੋਸ਼ ਲਾਗੇ ਖਹਿਰਾ ਸਾਹਿਬ ਨੇ ਲਾਤੇ, ਬੱਚਿਆਂ ਦੇ ਸਾਹਮਣੇ ਇਹੋ ਜਿਹੀਆਂ ਗੱਲਾਂ ਆ ਗਈਆਂ ਕਿ ਹਰਿਆਣੇ ਦੀ ਇੱਕ ਵਿਸ਼ੇਸ਼ ਬਾਰਡਰ ਚੋਂ, ਦੂਜੀ ਗੱਲ ਕੱਲੇ ਬਾਰਡਰ ਚੋਂ ਹੀ ਨਹੀਂ, ਵਿਸ਼ੇਸ਼ ਖੇਤਰ ਦੇ ਵਿੱਚੋਂ ਬੱਚੇ ਜ਼ਿਆਦਾ ਆਏ ਨੇ, ਇਹਦਾ ਮਤਲਬ ਉੱਥੇ ਕੋਈ ਨਾ ਕੋਈ ਸਾਂਝੀ ਗੱਲ ਹੈ। ਇਹ ਤਾਂ ਅਸੀਂ ਰੋਜ਼ ਹੀ ਦੇਖਦੇ ਹਾਂ, ਬਿਮਾਰੀ ਦੀ ਉਸ 'ਚ ਵੀ ਇਹ ਇਨਵੈਸਟੀਗੇਸ਼ਨ ਵਾਲੇ ਵੀ ਜਾਣਦੇ ਵੀ ਇਹਦਾ ਮਤਲਬ ਕੋਈ ਸਾਂਝਾ ਲਿੰਕ ਹੈ। ਸਾਂਝਾ ਲਿੰਕ ਇਹੀ ਹੈ, ਉਹ ਬਾਰਡਰ ਏਰੀਆ, ਉੱਥੋਂ ਦੇ ਏਰੀਆ ਦੇ ਪੇਪਰ ਲੀਕ ਹੁੰਦਾ, ਉੱਥੋਂ ਦੇ ਬੱਚੇ ਫਸਟ ਆ ਰਹੇ ਨੇ, ਉੱਥੋਂ ਦੇ ਬੱਚੇ ਵੱਧ ਆ ਰਹੇ ਨੇ, ਉਹੀ ਬੱਚੇ ਪਹਿਲਾਂ ਫੇਲ ਹੋਏ ਨੇ, ਉਦੋਂ ਉਹਨਾਂ ਦਾ ਦਾ ਨਹੀਂ ਲੱਗਿਆ। ਸੋ ਇਹ ਤਾਂ ਸਰਕਾਰ ਦੀ ਡਿਊਟੀ ਹੈ, ਇਹ ਕੋਈ ਫਰਾਖ ਦਿਲੀ ਦਾ ਸਵਾਲ ਨਹੀਂ ਹੈ। ਜੇ ਸਰਕਾਰ ਇਹ ਨਹੀਂ ਕਰੂਗੀ ਤਾਂ ਸਰਕਾਰ ਕਟਹਿਰੇ 'ਚ ਰਹੂਗੀ, ਪਰ ਮੀਡੀਆ ਨੂੰ, ਆਪੋਜੀਸ਼ਨ ਨੂੰ, ਮੈਂ ਤਾਂ ਕਹਾਂਗਾ ਕੈਂਡੀਡੇਟਸ ਜਿਹੜੇ ਦੂਜੇ ਨੇ ਉਹਨਾਂ ਨੂੰ ਕੋਰਟਾਂ 'ਚ ਵੀ ਚਲੇ ਜਾਣਾ ਚਾਹੀਦਾ ਹੈ, ਕਿਉਂਕਿ ਕੋਰਟਾਂ ਫੇਰ ਵੀ ਕਿਤੇ ਨਾ ਕਿਤੇ ਚਾਂਸ ਬਣ ਜਾਂਦਾ ਹੈ, ਜਿਵੇਂ ਸਹਾਇਕ ਪ੍ਰੋਫੈਸਰ ਵਾਲਾ ਬਣੀ ਹੋਈ ਹੈ। ਇਹ ਪੁੱਛਣਾ ਨਹੀਂ ਚਾਹੀਦਾ, ਇਹ ਤਾਂ ਬਹੁਤ ਵੱਡਾ ਕਹਿਰ ਕਾਫਰੀ ਹੈ। ਇਹ ਮੈਂ ਕਹਾਂਗਾ ਆਉਣ ਵਾਲੀਆਂ ਜਨਰੇਸ਼ਨ ਦਾ ਗਲਾ ਘੁੱਟਣ ਦੇ ਬਰਾਬਰ ਹੈ। ਇਹ ਸਰਕਾਰਾਂ ਇਸ ਕੰਮ ਵਾਸਤੇ ਨਹੀਂ ਬੈਠੀਆਂ, ਪੀਪੀਐਸਸੀ ਦੇ ਵਿੱਚ ਅਧਿਕਾਰੀ ਇਸ ਵਾਸਤੇ ਨਹੀਂ ਬੈਠੇ ਉਹ ਠੱਗੀਆਂ ਮਾਰਨ, ਉਹ ਇਸ ਵਾਸਤੇ ਬੈਠੇ ਨੇ, ਉਹਨਾਂ ਤੇ ਵਿਸ਼ਵਾਸ ਕਰਿਆ ਜਾਂਦਾ ਹੈ। ਉਹ ਸੰਵਿਧਾਨਕ ਅਥਾਰਟੀਜ਼ ਨੇ ਕਿ ਭਾਈ ਤੁਸੀਂ ਨਿਆਂ ਕਰੋਗੇ, ਤੁਸੀਂ ਕਾਨੂੰਨ ਦੇ ਹਿਸਾਬ ਨਾਲ ਕੰਮ ਕਰੋਗੇ। ਜੇ ਕਾਬੇ ਚੋਂ ਕੁਫਰ ਨਿਕਲੇਗਾ ਫਿਰ ਸੱਚ ਕਿੱਥੇ ਰਹਿ ਗਿਆ। ਸੋ ਅੱਜ ਫਿਰ ਇਹਦਾ ਮਤਲਬ ਤਾਂ ਇਹ ਹੋ ਗਿਆ ਜੋ ਬਾਬੇ ਨਾਨਕ ਨੇ ਕਿਹਾ, ਕਲਕਾਤੀ ਰਾਜੇ ਕਸਾਈ ਧਰਮ ਪੰਕਰ ਉਡਰਿਆ, ਕੂੜ ਮਾਪਸ ਸੱਚ ਚੰਦਰਮਾ ਦੀਸੈ ਨਹੀਂ ਕਹਿ ਚਲਿਆ, ਆਓ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ, ਜਾਂ ਕਹਿ ਲੋ ਰਾਜੇ ਸੀ ਮੁਕੱਦਮ ਕੁੱਤੇ। ਐਵੇਂ ਨਹੀਂ ਕਿਹਾ ਮੁਕੱਦਮ ਕੁੱਤੇ, ਇਹ ਪੀਪੀਐਸਸੀ ਮੁਕੱਦਮਾਂ ਦਾ ਹਿੱਸਾ ਰੋਲ ਹੈ, ਕਿਉਂਕਿ ਰਾਜੇ ਨਹੀਂ ਹੈਗੇ ਪੀਪੀਐਸਸੀ, ਮੁਕੱਦਮ ਨੇ ਇਹ। तो मुकदम भी होगे, राजे भी होगे, सरकार भी होगी, वो भी होगे। सो बिल्कुल ठीक है, तुसी ये तो डट के ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਵੀ ਰੌਲਾ ਪਾਉਣਾ ਚਾਹੀਦਾ ਹੈ, ਮੀਡੀਆ 'ਚ ਵੀ ਕਰ, ਆਪੋਜੀਸ਼ਨ ਵੀ ਕਰੇ ਤੇ ਜਿਹੜੇ ਹੋਰ ਵੀ ਕਰਨ। ਹਾਂਜੀ, ਲਾਸਟ ਪੁਆਇੰਟ ਵਿਦਿਨ 1.5-2 ਮਿੰਟ ਤੁਸੀਂ ਜੇ ਦੱਸ ਪਾਓ ਕਰਨਾ ਕੀ ਚਾਹੀਦਾ ਹੈ, ਕਿਵੇਂ ਇਸ ਨੂੰ ਚੈੱਕ ਕੀਤਾ ਜਾਏ? ਕੈਂਡੀਡੇਟਸ ਗਲਤ ਆ ਗਏ ਨੇ, ਉਹਨਾਂ ਦੇ ਇਹਦੇ ਕੀ ਚੈੱਕ ਪੁਆਇੰਟਸ ਹੋ ਸਕਦੇ ਨੇ, ਪ੍ਰੈਕਟੀਕਲੀ ਕੀ ਕੀਤਾ ਜਾਏ? ਉਹਨਾਂ ਦਾ ਇਮਤਿਹਾਨ ਦੁਬਾਰਾ ਲਿਆ ਜਾਏ, ਆਪਣੇ ਸਿਸਟਮ ਨੂੰ ਦੁਬਾਰਾ ਘੋਖਿਆ ਜਾਏ? ਮਲਟੀਪਲ ਚੈੱਕਸ ਨੇ। ਪਹਿਲਾਂ ਤਾਂ ਇੰਟਰਨਲ ਚੈੱਕ, ਜੇ ਉਹਨਾਂ ਨੇ ਵੀਡੀਓਗ੍ਰਾਫੀ ਕਰੀ ਹੈ, ਉਹਨਾਂ ਦੀਆਂ ਫੋਟੋਆਂ ਉਹਦੇ ਨਾਲ ਸਾਰਾ ਕੁਝ ਮਿਲਾਨ ਕਰਨਾ ਵੀ ਬੰਦੇ ਉਹੀ ਬੈਠੇ ਨੇ। ਇੱਕ ਤਾਂ ਇਹ ਹੈ, ਇਹ ਇੰਟਰਨਲ ਚੈੱਕ ਹੈ ਕਿ ਐਲਾਨ ਕਰਕੇ ਕਰਨ ਕਿ ਅਸੀਂ ਚੈੱਕ ਕਰ ਰਹੇ ਹਾਂ, ਕੋਈ ਗੜਬੜ ਨਾ ਹੋਣ ਦੇਣ। ਦੂਜਾ ਉਹਦੇ ਵਿੱਚ ਇਹ ਹੈ ਕਿ ਉਹਨਾਂ ਦੇ ਜਿਹੜੇ ਐਕਚੁਅਲ ਪੇਪਰ ਨੇ ਉਹਦੇ ਵਿੱਚ ਦੇਖਣ ਵੀ ਇਹਦੇ 'ਚ ਪਤਾ ਲੱਗ ਜਾਂਦਾ ਵੀ ਟੈਂਪਰ ਹੋਇਆ ਜਾਂ ਕੀ ਹੋਇਆ, ਕਿਵੇਂ ਹੋਇਆ। ਕਿਉਂਕਿ ਜਿਹੜੀਆਂ ਗਲਤੀਆਂ ਹੋਣਗੀਆਂ, ਜਿਹੜੇ ਲੀਕ ਕਰਦੇ ਹੁੰਦੇ ਨੇ ਮਾਫੀਆ, ਉਹਨਾਂ ਦੀ ਜੇ ਕੋਈ ਗਲਤੀ ਹੈ ਤਾਂ ਵੀ ਸੇਮ ਹੀ ਹੁੰਦੀ ਹੈ ਤਕਰੀਬਨ, ਤੇ ਜਿਹੜੇ ਠੀਕ ਨੇ ਉਹ ਵੀ ਤਕਰੀਬਨ ਸੇਮ ਹੁੰਦੇ ਨੇ। ਉੱਥੋਂ ਪਤਾ ਲੱਗ ਜਾਂਦਾ ਵੀ ਇਹ ਪੈਟਰਨ, ਇਸ ਤਰ੍ਹਾਂ ਦਾ ਪੈਟਰਨ ਆ ਨਹੀਂ ਸਕਦਾ। ਇਹ ਸਾਇੰਟੀਫਿਕਲੀ, ਸਟੈਟਿਸਟਿਕਲੀ ਪੈਟਰਨ ਸਟੱਡੀ ਹੋ ਜਾਂਦੇ ਨੇ ਵੀ ਜੇ ਪੈਟਰਨ ਆ ਰਿਹਾ ਤਾਂ ਸਾਰੇ ਇੱਕੋ ਉਸ ਚੋਂ ਨਹੀਂ, ਡਾਟ ਚੋਂ। ਤੀਜਾ ਤਰੀਕਾ ਉਹਨਾਂ ਕੋਲ ਇਹ ਹੈ, ਇਹ ਦੋਨੇ ਕਰਨ ਤੋਂ ਬਾਅਦ ਵੀ, ਕਿ ਜਿਹੜਾ 200 ਪਹਿਲਾਂ ਜਾਂ 300 ਲੈ ਕੇ ਉਹਦੇ ਦੇਖਣ ਵੀ ਉਹਨਾਂ ਦੇ ਪਹਿਲੇ ਇਮਤਿਹਾਨਾਂ ਦੇ ਵਿੱਚ ਕੀ ਪਰਫਾਰਮੈਂਸ ਰਹੀ ਹੈ, ਜਿੱਥੇ ਜਿੱਥੇ ਵੀ ਉਹਨਾਂ ਨੇ ਇਮਤਿਹਾਨ ਦਿੱਤੇ ਨੇ ਉਹ ਸਾਰਾ ਉਹਨਾਂ ਦਾ ਡਾਟਾ ਲੈ ਕੇ ਉਹਦੇ ਨਾਲ ਚੈੱਕ ਕਰਨ ਵੀ ਇਹਨਾਂ ਦਾ ਪਰਫਾਰਮੈਂਸ ਕਿਹੋ ਜਿਹੀ ਰਹੀ ਹੈ। ਉਹ ਆਪਣੇ ਆਪ 'ਚ ਇਸ ਤੋਂ ਲਾਸਟ ਬਟ ਨਾਟ ਦੀ ਲੀਸਟ ਕਿ ਉਹ 300 ਬੰਦੇ ਦਾ ਦੁਬਾਰਾ ਪੇਪਰ ਲਿਆ ਜਾਵੇ। ਜੀ, 300 ਬੰਦੇ ਦਾ ਦੁਬਾਰਾ ਪੇਪਰ ਲਿਆ, ਕਿਉਂਕਿ ਇਹ ਗੱਲ ਤੁਹਾਡੀ ਠੀਕ ਹੈ ਵੀ ਇੱਕ ਤਾਂ ਜਾਂ 2-3 ਕੈਂਡੀਡੇਟ ਤਾਂ ਐਸੇ ਹੋ ਸਕਦੇ ਨੇ ਜਿਨ੍ਹਾਂ ਨੇ ਕੀ ਜ਼ਰੂਰਤਾਂ ਨਾਲ ਜ਼ਿਆਦਾ ਮਿਹਨਤ ਕਰਕੇ 6 ਮਹੀਨੇ 'ਚ ਆਪਣਾ ਸਕੋਰ ਇੰਪਰੂਵ ਕਰ ਲਿਆ, ਲੇਕਿਨ ਇਹ ਪੈਟਰਨ ਨਹੀਂ ਹੋ ਸਕਦਾ ਵੀ ਦਰਜਨਾਂ ਦੇ ਹਿਸਾਬ ਨਾਲ ਕੈਂਡੀਡੇਟ ਇੱਕ ਹੀ ਇਲਾਕੇ ਤੋਂ ਅਚਾਨਕ ਸਭ ਦੀ ਪਰਫਾਰਮੈਂਸ ਵਧੀਆ ਹੋ ਜਾਵੇ।
ਜਿਹੜਾ ਮੈਂ ਇੱਕ ਮਿੰਟ ਤੁਹਾਨੂੰ ਰੋਕਣ ਲੱਗਿਆ। ਬਠਿੰਡੇ ਦੇ ਵਿੱਚੋਂ ਹਰ ਵਾਰੀ ਪੀਐਮਟੀ 'ਚ ਬੰਦੇ ਆਉਂਦੇ ਸੀਗੇ, ਬਹੁਤ ਜ਼ਿਆਦਾ ਲੋਕ ਉੱਥੇ ਘਚੋਲਾਂ 'ਚ ਜਾ ਕੇ ਰਹਿੰਦੇ ਸੀ। ਜਿੱਦਾਂ ਮੈਂ ਗਿਆ ਉੱਥੋਂ ਆਉਣ ਬੰਦ ਹੋ ਗਏ। ਕਿਉਂ? ਕਿਉਂਕਿ ਉਹ ਇਕੱਠੇ ਪੇਪਰ ਦੇ ਜਾਂਦੇ ਸੀ, ਉੱਥੇ ਇਕੱਠੇ ਬਿਠਾ ਕੇ ਉਹਨਾਂ ਦੀ ਨਕਲ ਮਰਵਾ ਦਿੰਦੇ ਸੀ। ਗੱਲ ਤਾਂ ਇੰਨੀ ਸੀ। ਜਦ ਤੁਸੀਂ ਇੱਕ ਪੈਟਰਨ ਜਦ ਆਉਣਾ ਸ਼ੁਰੂ ਹੋ ਜਾਓ, ਪੈਟਰਨ ਤੋਂ ਪਤਾ ਲੱਗ ਜਾਂਦਾ ਵੀ ਇਹ ਗੜਬੜ ਹੋਈ ਹੈ। ਹਾਂਜੀ, ਹੁਣ ਤੁਸੀਂ ਕਰ ਲਓ। ਬਿਲਕੁਲ, ਤੇ ਇਹੀ ਪੈਟਰਨ ਇਸ ਵਕਤ ਨਜ਼ਰ ਆ ਰਿਹਾ। ਤੇ ਸਭ ਤੋਂ ਖਾਸ ਗੱਲ ਸੀ ਵੀ ਤੁਸੀਂ ਇਹ ਦੇਖੋ ਵੀ ਜਿਹੜੇ ਬੱਚੇ ਕੈਂਡੀਡੇਟਸ ਨੇ ਉਹ ਨਜ਼ਰ ਰੱਖ ਰਹੇ ਸੀਗੇ ਪਹਿਲੇ 8-10 ਕੈਂਡੀਡੇਟਸ ਦੇ, ਉਹਨਾਂ ਦੇ ਸਾਰੇ ਰਿਜ਼ਲਟ ਹੁਣ ਆਨਲਾਈਨ ਪਾਤੇ ਗਏ ਨੇ। ਦੱਸ ਤਾਂ ਗਿਆ ਵੀ ਇਹਨਾਂ ਨੇ ਪਟਵਾਰੀ ਦਾ ਐਗਜ਼ਾਮੀਨੇਸ਼ਨ ਫੇਲ ਕੀਤਾ, ਇਹਨਾਂ ਨੇ ਐਕਸਾਈਜ਼ ਇੰਸਪੈਕਟਰ ਦਾ ਐਗਜ਼ਾਮੀਨੇਸ਼ਨ ਫੇਲ ਕੀਤਾ, ਬੜੇ ਸੌਖੇ ਟੈਸਟ ਇਹਨਾਂ ਤੋਂ ਫੇਲ ਹੋਏ। ਲੇਕਿਨ ਨਾਇਬ ਤਹਿਸੀਲਦਾਰ ਦਾ ਪੀਪੀਐਸਸੀ ਦਾ ਇੱਕ ਔਖਾ ਟੈਸਟ ਸੀ ਜੋ ਕਿ ਇਹਨਾਂ ਨੇ ਟੌਪ ਕਰ ਲਿਆ। ਸੋ ਇਹ ਇੱਕ ਪੈਟਰਨ ਹੀ ਹੈ, ਦਿਸ ਇਜ਼ ਅ ਪੈਟਰਨ। ਬਿਲਕੁਲ ਪੈਟਰਨ ਹੈ, ਬਿਲਕੁਲ ਪੈਟਰਨ ਹੈ। ਜਿਹੜੇ ਬੰਦੇ ਨੂੰ ਚੌਥੀ ਦੀ ਕਿਤਾਬ ਨਹੀਂ ਪੜ੍ਹਨੀ ਆਉਂਦੀ, ਉਹਨੂੰ ਕਹੋ ਵੀ ਉਹਨੇ 12ਵੀਂ ਦੀ ਕਿਤਾਬ ਵਧੀਆ ਪੜ੍ਹਤੀ, ਜ਼ਿਆਦਾ ਨੰਬਰ ਲੈ ਗਿਆ ਉਸੇ ਸਬਜੈਕਟ ਦੀ, ਫਿਰ ਤਾਂ ਕੋਈ ਤਾਂ ਗੜਬੜ ਹੈਗੀ ਹੈ ਵੀ ਜਾਂ ਦੂਜੇ ਨੇ ਪੜ੍ਹੀ ਹੈ ਜਾਂ ਉਹਨੇ ਉਹਨੂੰ ਚੈਪਟਰ 1 ਦਿਖਾਤਾ। ਇੱਕ ਛੋਟੀ ਜਿਹੀ ਉਦਾਹਰਨ ਹੋਰ ਦਿੰਦਾ ਮੈਂ, ਛੋਟੀ ਜਿਹੀ ਜੀ। ਟਾਈਪ ਦਾ ਟੈਸਟ ਲਿਆ ਇੱਥੇ, ਮੈਂ ਉਹਦਾ ਚੇਅਰਮੈਨ ਸੀ, ਮੈਂ ਨਾਲ ਮੀਟਿੰਗ 'ਚ ਵੀ ਬੈਠਾ ਸੀ, ਸੁਪਰਵਾਈਜ਼ਰ ਵੀ ਕਰੀ ਜਾਂਦਾ ਸੀ। ਮੇਰੇ ਕੋਲ ਜਦ ਪੇਪਰ ਆਏ ਸਾਰਿਆਂ ਦੇ ਸਾਈਨ, ਮੇਰੇ ਸਾਈਨ ਐਂਡ ਦੇ ਉੱਤੇ ਹੋਣੇ ਸੀ ਸ਼ੀਟ 'ਤੇ, ਬਾਕੀ ਉੱਥੇ ਸ਼ੀਟ ਚੜਾਉਣ ਵੇਲੇ ਸਾਈਨ ਹੋ ਜਾਂਦੇ। ਮੈਂ ਉਹ ਦੇਖਿਆ ਇੱਕ ਪੇਪਰ 'ਚ ਭੰਨ ਪਿਆ ਹੋਇਆ ਸੀ, ਮੈਂ ਉਹਦੀ ਨਾਲ ਦੀ ਨਾਲ ਦੇਖ ਲਿਆ, ਮਾਰਕ ਹੋ ਕੇ ਆਏ, ਮੈਂ ਨਾਲ ਦੀ ਨਾਲ ਦੇਖ ਲਿਆ। ਮੈਂ ਕਿਹਾ ਆਹ ਬੜਾ ਕੌਣ ਹੈ ਕੈਂਡੀਡੇਟ, ਕਿਉਂਕਿ ਪੇਪਰ 'ਚ ਭੰਨ ਕਿਵੇਂ ਪੈ ਗਿਆ। ਉਹਨੂੰ ਐਲਾਨੀਆਂ ਸੀ, ਦੁਬਾਰਾ ਪੇਪਰ ਲਿਆ, ਫਿਰ ਉਹਦੇ ਤਾਂ 4 ਦੀ ਸਪੀਡ ਆਈ ਜਿੱਥੇ ਪਹਿਲਾਂ 40 ਦੀ ਆਈ ਹੋਈ ਸੀ। ਫਿਰ ਮੈਂ ਆਖਿਆ ਵੀ ਸਾਰਿਆਂ ਤੇ ਐਲਾਨ ਕਰਕੇ ਵੀ ਹੁਣ ਇਹਨੂੰ ਹੋਰ ਦੁੱਗਣਾ ਟਾਈਮ ਦੇ ਦਈਏ, ਇਹਨੂੰ ਆਉਣਾ ਤਾਂ ਹੈ ਨਹੀਂ। ਦੁੱਗਣਾ ਟਾਈਮ ਦਿੱਤਾ, ਉਹਦੀ 6 ਸਪੀਡ ਆਈ। ਫਿਰ ਉਹਨੇ ਹਾਈ ਕੋਰਟ ਨੇ ਟੈਸਟ ਲਿਆ, ਉੱਥੇ ਵੀ ਫੇਲ ਹੋਈ। ਫਿਰ ਹਾਈ ਕੋਰਟ ਨੇ ਆਖਿਆ ਵੀ ਮਹਿਕਮਾ ਦੁਬਾਰਾ ਟੈਸਟ ਲੈ ਲੇ। ਅਸੀਂ ਦੁਬਾਰਾ ਟੈਸਟ ਲਿਆ, ਫਿਰ ਫੇਲ ਹੋਈ। ਐ ਨਹੀਂ ਹੈ, ਜੇ ਤੁਸੀਂ ਇਮਾਨਦਾਰੀ ਨਾਲ ਕਰਨਾ, ਜਿੱਥੇ ਤੁਹਾਨੂੰ ਅਰ ਇੱਕ ਗੱਲ ਹੋਰ ਦੱਸ ਦਿੰਦਾ ਮੈਂ ਤੁਹਾਨੂੰ, ਉਸ ਕੈਂਡੀਡੇਟ ਦੀ ਮੇਰੇ ਕੋਲ ਸਿਫਾਰਿਸ਼ ਵੀ ਆਈ ਹੋਈ ਸੀ। ਹਾਲਾਂਕਿ ਮੈਂ ਮੰਨਦਾ ਨਹੀਂ, ਪਰ ਅਗਲੇ ਨੂੰ ਤਾਂ ਸੀਗਾ ਨਾ ਵੀ ਸਿਫਾਰਿਸ਼ ਵੀ ਫਲਾਣੇ ਬੰਦੇ ਨੇ ਇਹਨਾਂ ਨੂੰ ਕਿਹਾ ਹੋਇਆ। ਤਾਂ ਮੈਂ ਤੁਹਾਨੂੰ ਕਿੱਥੋਂ ਜਿਹੜਾ ਜਿੰਨਾ ਤੁਸੀਂ ਵੀ ਬਿਲਕੁਲ ਨਹੀਂ ਦੇਖੀ ਜਾਓ ਜੋ ਹੁੰਦਾ, ਔਰ ਉਹ ਫਿਰ ਤੁਹਾਡੇ ਐਲੀਗੇਸ਼ਨ ਵੀ ਲਾਉਣਗੇ, ਦੋਸ਼ ਲਾਉਣਗੇ ਵੀ ਇਹ ਤਾਂ ਪੈਸੇ ਮੰਗਦੇ ਜੀ, ਇਹ ਤਾਂ ਪੁੱਠਾ ਬੋਲਦੇ ਨੇ ਜੀ, ਇਹ ਤਾਂ ਆਪਦੇ ਆਪ ਨੂੰ ਬਹੁਤ ਇਮਾਨਦਾਰ ਸਮਝਦੇ ਨੇ ਜੀ, ਇਹ ਤਾਂ ਦੁਨੀਆ ਨੂੰ ਬੰਦਿਆਂ ਨੂੰ ਚਾਰ ਜਾਂਦੇ ਨੇ ਜੀ, ਇਹ ਤਾਂ ਕਿਸੇ ਦੀ ਪਰਵਾਹ ਨਹੀਂ ਕਰਦੇ ਜੀ। ਡਾਈ ਜਾਂਦੇ, ਆਪਾਂ ਕੀ ਕਰ ਸਕਦੇ ਇਹਦੇ 'ਚ? ਆ ਝੂਠੇ ਫਿਰ ਕਰਦੇ ਨੇ ਕੋਰਟਾਂ 'ਚ। ਪਰ ਮੈਂ ਇਹ ਤਜਰਬਾ ਮੇਰਾ ਹੋਇਆ ਵੀ ਜਿੰਨਾ ਮਰਜ਼ੀ ਜਿਹੜੇ ਟੈਕਸਟਰ ਨੇ ਉਹਨਾਂ ਨੇ ਕੋਰਟਾਂ ਜਿੰਨਾ ਮਰਜ਼ੀ ਜ਼ੋਰ ਲਾ ਲਿਆ, ਕਿ ਕੋਰਟਾਂ ਨੇ ਕਦੇ ਮੈਨੂੰ ਕੋਈ ਸਜ਼ਾ ਨਹੀਂ ਦਿੱਤੀ। ਮੇਰੀ ਗੱਲ ਸਿਰੇ ਲੱਗੀ ਹੈ, ਪਰ ਕੋਰਟਾਂ ਤਸੱਲੀ ਪੂਰੀ ਕਰਦੀਆਂ ਨੇ। ਅਸੀਂ ਜਿਹੜਾ ਕਾਗਜ਼ ਉਹ ਕਹਿੰਦੇ ਆ ਪਿਆ ਜੀ, ਲਓ ਦੇਖੋ, ਜਿਹੜਾ ਕਾਗਜ਼ ਮੰਗਣੋ ਉਹੀ ਦੇ ਦਿਓ ਨਾਲ ਦੀ ਨਾਲ। ਐ ਨਹੀਂ ਵੀ ਜੇ ਲੱਭਦਾ ਨਹੀਂ ਜੀ, ਲੱਭ ਕੇ ਇਹ ਬਹਾਨੇਬਾਜ਼ੀ ਹੁੰਦੀ ਹੈ, ਜੀ ਹੁਣੀ ਮੰਗਾ ਦਿੰਦੇ ਆ। ਮਨੋਂ ਸਾਫ਼ ਹੋ, ਤੁਹਾਨੂੰ ਦਿਖਾਉਣ 'ਚ ਕਿਆ ਇਤਰਾਜ਼ ਹੈ? ਬਸ ਇਹ ਕਰਨਾ ਜ਼ਰੂਰੀ ਹੈ। ਤੁਸੀਂ ਵਧਾਈ ਦੇ ਪਾਤਰ ਹੋ ਜਿਹੜਾ ਇਹ ਕੰਮ ਕਰਿਆ, ਪਹਿਲਾ ਸਟੈਪ ਲਿਆ। ਹੁਣ ਮੈਨੂੰ ਲੱਗਦਾ ਇਲੈਕਟ੍ਰੋਨਿਕ ਮੀਡੀਆ ਵੀ ਇਹ ਲੈਣਾ ਸ਼ੁਰੂ ਕਰੇਗਾ। ਜੀ ਚਲਿਏ ਗਰ ਸਾਹਿਬ, ਬਹੁਤ ਬਹੁਤ ਧੰਨਵਾਦ ਜੀ, ਸਮਾਂ ਕੀਮਤੀ ਕੱਢਿਆ। ਤੁਹਾਡਾ ਜਿਹੜਾ ਤਜਰਬਾ ਹੈ ਇਸ ਮਾਫੀਆ ਦੇ ਨਾਲ ਲੜਨ ਦੇ ਵਿੱਚ, ਮੈਨੂੰ ਲੱਗਦਾ ਪੰਜਾਬ ਦੇ ਵਿੱਚ ਇੰਨੇ ਲੋਕ ਹੋਣਗੇ ਜੋ ਕਿ ਇਸ ਬਾਰੇ ਦੀ ਗੱਲ ਖੁੱਲ ਕੇ ਕਰ ਸਕਦੇ, ਕਿਉਂਕਿ ਤੁਸੀਂ ਲੜਾਈ ਲੜੀ ਹੈ, ਜਾਣਦੇ ਹੋ ਇਹ ਸਾਰੀਆਂ ਕੁੰਡੀਆਂ, ਤੁਸੀਂ ਇਹਨਾਂ ਦੇ ਨਾਲ ਆਪਾਂ ਕਹਿ ਸਕਦੇ ਟੱਕਰ ਲਈ ਹੈ, ਤਾਂ ਹੀ ਇਹ ਗੱਲਾਂ ਬਾਤਾਂ ਸ਼ੇਅਰ ਕਰ ਰਹੇ ਹੋ। ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਆਪਣਾ ਸਮਾਂ ਦੇਣ ਲਈ। ਥੈਂਕ ਯੂ ਸੋ ਮਚ।